ਤਾਂ ਅੱਜ ਚਰਚਾ ਇਸ ਮੁੱਦੇ ਉੱਤੇ ਹੋਵੇਗੀ ਕਿਉਂਕਿ ਜਦੋਂ ਦਰਬਾਰ ਸਾਹਿਬ ਦੇ ਨੇੜੇ ਕੋਈ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਦਾ ਬਹੁਤ ਵੱਡਾ ਮਤਲਬ ਕੱਢਿਆ ਜਾ ਸਕਦਾ ਹੈ। ਪੰਜਾਬ, ਮੈਂ ਜੋ ਸ਼ੁਰੂਆਤ ਦੇ ਵਿੱਚ ਕਿਹਾ ਕਿ ਜਦੋਂ ਪੰਜਾਬ ਦਾ ਨਾਮ ਆਉਂਦਾ ਨਾ ਤਾਂ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਜ਼ਿਹਨ ਦੇ ਵਿੱਚ ਆਪਣੇ ਮਨ ਦੇ ਅੰਦਰ ਆਉਂਦੇ ਨੇ। ਤਾਂ ਜੇਕਰ ਹੈਰੀਟੇਜ ਸਟਰੀਟ ਦੇ ਵਿੱਚ ਜਾਂ ਉਸ ਦੇ ਨੇੜੇ ਕਿਸੇ ਗਲਿਆਰੇ ਦੇ ਵਿੱਚ ਕੋਈ ਸਾਜ਼ਿਸ਼ ਘੜੀ ਗਈ ਹੈ ਤਾਂ ਕਿ ਸਿਸਟਮ ਦੇ ਉੱਤੇ ਕੁਐਸਚਨ ਮਾਰਕ ਹੈ ਜਾਂ ਫਿਰ ਇਹ ਪੂਰੇ ਮਾਮਲੇ ਨੂੰ ਕਿਸ ਨਜ਼ਰ ਦੇ ਨਾਲ ਦੇਖਿਆ ਜਾਵੇ, ਇਸ ਦੇ ਉੱਤੇ ਅੱਜ ਗੱਲਬਾਤ ਕਰਾਂਗੇ। ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਤਾਰੂਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ। ਹਬਾਬ ਗਰੇਵਾਲ ਜੀ ਜੁੜ ਰਹੇ ਨੇ, ਰਿਪਰੈਜ਼ੈਂਟ ਕਰਨਗੇ ਆਮ ਆਦਮੀ ਪਾਰਟੀ ਨੂੰ। ਗਰੇਵਾਲ, ਸਵਾਗਤ ਹੈ। ਇਸ ਦੇ ਨਾਲ ਹੀ ਸਾਡੇ ਨਾਲ ਅਰਸ਼ਪ੍ਰੀਤ ਖੜਿਆਲ ਜੀ ਜੁੜ ਰਹੇ ਨੇ, ਸਟੂਡੀਓ ਦੇ ਵਿੱਚ ਮੌਜੂਦ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਖੜਿਆਲ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਭਗਵੰਤ ਸਿੰਘ ਸਿਆਲਕਾ ਜੀ ਜੁੜ ਰਹੇ ਨੇ, ਐਸਜੀਪੀਸੀ ਨੂੰ ਰਿਪਰੈਜ਼ੈਂਟ ਕਰਨਗੇ। ਸਿਆਲਕਾ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਤੇ ਨਾਲ ਹੀ ਸਾਡੇ ਨਾਲ ਐਸਐਸ ਚੰਨੀ ਜੀ ਜੁੜ ਰਹੇ ਨੇ, ਭਾਰਤੀ ਜਨਤਾ ਪਾਰਟੀ ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਚੰਨੀ ਜੀ ਬਹੁਤ-ਬਹੁਤ ਸਵਾਗਤ ਹੈ। ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਸਰਕਾਰ ਦਾ ਰਿਐਕਸ਼ਨ, ਵਿਰੋਧੀ ਸਵਾਲ ਚੁੱਕ ਰਹੇ ਨੇ। ਇੱਕ ਪਾਸੇ ਡੀਜੀਪੀ ਪ੍ਰੈਸ ਕਾਨਫਰੰਸ ਕਰਦੇ ਨੇ, ਬਕਾਇਦਾ ਹਰ ਸਵਾਲ ਦਾ ਜਵਾਬ ਉਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਜਦੋਂ ਪ੍ਰੈਸ ਕਾਨਫਰੰਸ ਸੀ, ਪਰ ਦੂਜੇ ਪਾਸੇ ਕਿ ਵਾਕਈ ਇਹ 5 ਮੁਲਜ਼ਮਾਂ ਤੱਕ ਗੱਲ ਸੀਮਿਤ ਹੈ ਜਾਂ ਫਿਰ ਕੋਈ ਬਹੁਤ ਵੱਡੀ ਸਾਜ਼ਿਸ਼ ਹੈ। ਪੰਜਾਬ ਦੇ ਕਿਸੇ ਹੋਰ ਕੋਨੇ ਨੂੰ ਟਾਰਗੇਟ ਨਹੀਂ ਕੀਤਾ ਗਿਆ, ਵਾਰ-ਵਾਰ 6 ਦਿਨਾਂ ਦੇ ਵਿੱਚ 3 ਵਾਰੀ ਟਾਰਗੇਟ ਕੀਤਾ ਗਿਆ ਦਰਬਾਰ ਸਾਹਿਬ ਦੇ ਨੇੜੇ ਵਾਲੀਆਂ ਥਾਵਾਂ ਨੂੰ। ਗਰੇਵਾਲ ਸਾਹਿਬ, ਸ਼ੁਰੂਆਤ ਤੁਹਾਡੇ ਤੋਂ। ਪੁਆਇੰਟ ਨੰਬਰ 1, ਕਾਂਗਰਸ ਨੂੰ ਤਾਂ ਤੁਹਾਡੇ ਤੱਥਾਂ ਦੇ ਵਿੱਚ ਪ੍ਰੋਬਲਮ ਨਜ਼ਰ ਆ ਰਹੀ ਹੈ, ਕਹਿ ਰਹੇ ਨੇ ਕਿ ਸਾਨੂੰ ਤੱਥਾਂ ਦੇ ਉੱਤੇ ਵਿਸ਼ਵਾਸ ਨਹੀਂ। ਮੈਂ ਸਵਾਲ ਸਿੱਧਾ ਪੁੱਛਦਾ ਹਾਂ ਕਿ ਇਹ ਸਿਸਟਮ ਦਾ ਫੇਲੀਅਰ ਨਾ ਕਿਹਾ ਜਾਵੇ ਕਿ 6 ਦਿਨਾਂ ਦੇ ਵਿੱਚ 3 ਧਮਾਕੇ ਹੋ ਗਏ। ਪਹਿਲਾ ਹੋਇਆ ਸੀ ਗੱਲ ਚਿਮਨੀ ਵਾਲੀ ਤੁਰ ਪਈ, ਸਾਫ਼ ਹੋ ਗਿਆ ਕਿ ਇਹ ਲੋ ਇੰਟੈਂਸਿਟੀ ਦਾ ਇੱਕ ਬਲਾਸਟ ਹੈ, ਫਿਰ ਦੂਜਾ ਬਲਾਸਟ ਹੋ ਜਾਂਦਾ ਹੈ, ਫਿਰ ਉਸ ਤੋਂ ਬਾਅਦ ਤੀਜਾ ਬਲਾਸਟ ਵੀ ਹੋ ਜਾਂਦਾ ਹੈ। ਕਿ ਸਿਸਟਮ ਕਟਹਿਰੇ ਦੇ ਵਿੱਚ ਖੜਾ ਨਜ਼ਰ ਨਹੀਂ ਆ ਰਿਹਾ ਤੁਹਾਨੂੰ? ਗੌਰਵ ਜੀ, ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਜਥੇਦਾਰ ਸਾਹਿਬ ਦਾ ਤੇ ਐਸਜੀਪੀਸੀ ਦਾ। ਬਹੁਤ ਕੋਆਪਰੇਟ ਕੀਤਾ, ਬਹੁਤ ਸੋਹਣੇ ਤਰੀਕੇ ਨਾਲ, ਜਿਸ ਤਰੀਕੇ ਨਾਲ ਚਾਹੀਦੀ ਹੈ ਕੋਆਪਰੇਸ਼ਨ ਉਹ ਹੋਈ ਹੈ, ਐਂਡ ਲੋਕ ਫੜੇ ਗਏ ਨੇ। ਪਹਿਲੀ ਗੱਲ। ਦੂਜੀ ਗੱਲ, ਆਬਵੀਅਸਲੀ, ਬੜੀ ਆਬਵੀਅਸਲੀ ਇੱਕ ਸਾਜ਼ਿਸ਼ ਹੈ। ਆਬਵੀਅਸਲੀ ਇੱਕ ਤਰੀਕੇ ਨਾਲ ਕੀਤਾ ਗਿਆ। ਡੀਜੀਪੀ ਸਾਹਿਬ ਨੇ ਕਲੀਅਰ ਕੀਤਾ ਕਿ ਪਟਾਕਿਆਂ ਲਈ ਇਸਤੇਮਾਲ ਕੀਤੀ, ਬੰਦੇ ਕੋਲ ਲਾਇਸੈਂਸ ਸੀ। ਜੋ ਵੀ ਡਿਟੇਲਸ ਨੇ, ਆਪਰੇਸ਼ਨਲ ਡਿਟੇਲਸ ਨੇ, ਇਨਵੈਸਟੀਗੇਸ਼ਨ ਹੋਣਾ ਹੈ, ਉਹ ਕਲੀਅਰ ਹੋ ਜਾਏਗਾ। ਫਿਰ ਰਹੀ ਸਿਆਸੀ ਗੱਲ, ਜਿਹੜੇ ਮੈਂ ਸਿਆਸੀ ਰਿਐਕਸ਼ਨ ਸੁਣ ਰਿਹਾ ਸੀਗਾ, ਗਰੇਵਾਲ ਸਾਹਿਬ ਪਹਿਲਾਂ ਬੋਲੇ, ਫਿਰ ਚੰਨੀ ਸ਼ਾਇਦ ਅਕਾਲੀ ਦਲ ਤੋਂ ਮਜੀਠੀਆ ਜੀ ਬੋਲੇ, ਬਿਲਕੁਲ ਸਹੀ, ਇਹਨਾਂ ਨੇ ਸਟੀਕ ਗੱਲ ਕੀਤੀ। ਉਹ ਕਹਿੰਦੇ ਵੀ ਇੰਟਰਨੈਸ਼ਨਲ ਟੂਰਿਸਟ ਸਭ ਤੋਂ ਵੱਧ ਪੰਜਾਬ ਜੇ ਆਉਂਦਾ। ਤੁਸੀਂ ਪਹਿਲਾਂ ਕਿਹਾ ਆਪਣੇ ਸਭ ਦਾ ਘਰ ਹੈ ਜੀ, ਆਪਣਾ ਘਰ ਹੈ ਦਰਬਾਰ ਸਾਹਿਬ, ਤੇ ਦੁਨੀਆ ਦੇਖਣ ਆਉਂਦੀ ਹੈ, ਤੇ ਉਹਨਾਂ ਨੂੰ ਬਿਲਕੁਲ ਪੂਰਾ ਸਹੀ ਅੰਦਾਜ਼ਾ ਸੀਗਾ ਕਿ ਇੰਟਰਨੈਸ਼ਨਲ ਟੂਰਿਸਟ ਇੱਥੇ ਆਉਂਦਾ ਹੈ, ਇੱਥੇ ਰੌਲਾ ਪਾਵਾਂਗੇ ਤਾਂ ਪ੍ਰੋਫਾਈਲ ਉੱਤੇ ਜਾਊਗੀ, ਮੀਡੀਆ ਕਵਰੇਜ ਉੱਤੇ ਜਾਊਗੀ, ਐਂਡ ਇਹ ਹਰਕਤ ਬਾਰ-ਬਾਰ ਕਰਨੀ ਚਾਹੀਦੀ ਹੈ। ਐਂਡ ਕੋਈ ਗੱਲ ਨਹੀਂ, ਆ ਜਿਹੜੇ ਬੰਦੇ ਫੜੇ ਗਏ ਨਾ ਤਾਂ ਸਾਜ਼ਿਸ਼ ਸਮਝ ਆ ਜਾਊਗੀ। ਕਾਂਗਰਸ ਨੂੰ ਜਿਹੜੇ ਤੱਥ ਨਹੀਂ ਸਮਝ ਆਉਂਦੇ, ਮੈਂ ਸੁਣ ਰਿਹਾ ਸੀ ਵੜਿੰਗ ਸਾਹਿਬ ਦੀ ਗੱਲ, NIA, CBI, ED, ਉਹੀ ਇਹ ਸੰਸਥਾਵਾਂ ਦਾ ਨਾਮ ਲੈ ਰਹੇ ਜਿੱਥੇ ਨੈਸ਼ਨਲੀ ਉਹਨਾਂ ਨੂੰ ਰੱਜ ਕੇ ਭੰਡਦੇ ਆ। ਕੋਈ ਗੱਲ ਨਹੀਂ, ਅਸੀਂ ਉਹਨਾਂ ਨਾਲ ਕੋਆਪਰੇਟ ਕਰ ਰਹੇ ਹਾਂ। ਜੀ ਆਇਆਂ ਨੂੰ, ਜੇ ਲੋੜ ਪੈਂਦੀ ਹੈ ਉਹਨਾਂ ਦੀ ਵੀ ਮਦਦ ਲਵਾਂਗੇ, ਲਈ ਹੈ ਸਰ, ਪਹਿਲਾਂ ਵੀ ਲਈ ਹੈ। ਐਂਡ ਅਕਾਲੀ ਦਲ ਬੀਜੇਪੀ ਦਾ ਇਹ ਹੈ ਸਰ ਕਿ ਇਹ ਦੋਵੇਂ ਹੁਣ ਜਗ੍ਹਾ ਲੱਭ ਰਹੇ ਨੇ। ਇੱਕ ਦੂਜੇ ਨੂੰ ਮੈਂ ਬਾਈਪੋਲ ਦੇਖੀ, ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸੀ, ਆਪਣੇ ਇੰਨੇ ਹੁੰਦੇ ਸੀ, ਆਪਣੇ ਇੰਨੇ ਹੁੰਦੇ ਸੀਗੇ। ਉਹ ਨੋਸਟੈਲਜੀ ਹੈ ਇਹਨਾਂ 'ਚ, ਤੇ ਹੁਣ ਇੱਕ ਕੋਸ਼ਿਸ਼ ਹੋਊਗੀ ਦੁਬਾਰਾ ਕਿ ਚਲੋ ਦੁਬਾਰਾ ਅਸੀਂ ਇੱਕ ਭਾਈਚਾਰਾ ਖਰਾਬ ਹੋਇਆ ਉਹਦੇ ਲਈ ਇਕੱਠੇ ਹੋ ਜਾਈਏ। ਐਕਚੁਅਲ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਬੜੀ ਘਿਨੌਨੀ ਤੇ ਬੜੀ ਬੁਰੀ ਸਾਜ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਹਦੇ ਤੇ ਠੱਲ ਪਾ ਦਿੱਤਾ ਗਿਆ। ਦੂਜੀ ਗੱਲ ਇਹ ਹੈ ਕਿ ਹੁਣ ਜਿਹੜੇ ਰੈਮਨੈਂਟਸ ਨੇ ਤੇ ਜਿਹੜੇ ਉਹਨਾਂ ਦੇ ਬੈਠੇ ਆ, ਹੈਂਡਲਰਸ ਬੈਠੇ ਆ, ਮੈਂ ਕਿਸੇ ਤੇ ਇਲਜ਼ਾਮ ਤਰਾਸ਼ੀ ਨਹੀਂ ਕਰਦਾ, ਦੁਸ਼ਮਣ ਦੇਸ਼ ਦੀਆਂ ਏਜੰਸੀਆਂ ਵੀ ਨੇ, ਬਹੁਤ ਇਹੋ ਜਿਹੇ ਲੋਕ ਨੇ ਜਿਹੜੇ ਇਨਵੋਲਵ ਹੋ ਸਕਦੇ ਆ। ਉਹ ਰੈਮਨੈਂਟਸ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਕੁਛ ਨਾ ਕੁਛ ਇਹੋ ਜਿਹਾ ਕਰਦੇ ਰਹੀਏ ਕਿ ਜੀ ਕੁਛ ਨਾ ਕੋਈ ਨਾ ਕੋਈ ਮਾਹੌਲ ਭਖਿਆ ਹੋਇਆ। ਇੱਕ ਆਸ਼ਵਾਸਨ ਪੰਜਾਬ ਸਰਕਾਰ ਵੱਲੋਂ ਇਹ ਦਿੰਦੇ ਆ ਕਿ ਨਿਊਟਰੈਲਿਟੀ ਨਾਲ ਪੰਜਾਬ ਪੁਲਿਸ ਫੰਕਸ਼ਨ ਕਰੇਗੀ, ਕਿਸੇ ਨੂੰ ਨਹੀਂ ਬਖਸ਼ਿਆ ਜਾਏਗਾ। ਐਂਡ ਗੌਰਵ ਜੀ, ਜੇ 1 ਸਾਲ 'ਚ ਪੰਜਾਬ ਪੁਲਿਸ ਕੌਨਫੀਡੈਂਸ ਨਹੀਂ ਵਧਿਆ ਲੋਕਾਂ ਦਾ, ਜੇ ਲੋਕਾਂ ਨੂੰ ਇਹ ਨਹੀਂ ਸਮਝ ਆਈ ਕਿ ਹੁਣ ਇਹ ਨਿਊਟਰੈਲਿਟੀ ਨਾਲ ਕੰਮ ਕਰ ਰਹੀ ਹੈ, ਫਿਰ ਗੱਲ ਹੋਰ ਹੈ। ਬਟ ਕੱਲੇ ਪੰਜਾਬੀ ਨੂੰ ਪਤਾ, ਤੁਸੀਂ ਕਿਹਾ ਸ਼ੀਸ਼ੇ ਦੇ ਵਾਂਗੂ ਸਾਫ਼ ਹੈ ਕਿ ਕੋਸ਼ਿਸ਼ ਹੋ ਰਹੀ ਹੈ, ਤੇ ਆਪਣੇ ਪੁਲਿਸ ਵਾਲੇ ਭਰਾ ਸਮਰੱਥ ਨੇ। ਐਂਡ ਆਈ ਅਸ਼ੋਰ ਯੂ ਕਿ ਇਹਦੀ ਜੜ ਤੱਕ ਪਹੁੰਚਣਗੇ, ਐਕਸਪੋਜ਼ ਕਰਨਗੇ। ਠੀਕ ਹੈ, ਮੈਂ ਕੋਸ਼ਿਸ਼ ਕਰਾਂਗਾ ਕਿ ਆਪਾਂ ਨਾਨ ਪੋਲੀਟੀਕਲ ਰੱਖਣ ਦੀ ਕੋਸ਼ਿਸ਼ ਕਰੀਏ। ਗਰੇਵਾਲ ਸਾਹਿਬ, ਤੁਸੀਂ ਔਰ ਬਾਕੀ ਸਾਰੇ ਪੈਨਲਿਸਟ ਸਹਿਮਤ ਹੋਣਗੇ ਕਿ ਜਦੋਂ ਸਿਆਸੀ ਜਾਂ ਪੋਲੀਟੀਕਲ ਸਟੇਟਮੈਂਟਸ ਚੱਲਦੀਆਂ ਨੇ ਤਾਂ ਫਿਰ ਉਹ ਪੂਰਾ ਮਾਮਲਾ ਹੋਰ ਪਾਸੇ ਚਲਿਆ ਜਾਂਦਾ, ਪਰ ਜ਼ਰੂਰੀ ਹੁੰਦਾ ਕਿ ਗੱਲ ਹੋਵੇ। ਮੈਂ ਇੱਕ ਬਹੁਤ ਛੋਟਾ ਜਿਹਾ ਰਿਐਕਸ਼ਨ ਤੁਹਾਡੇ ਤੋਂ ਚਾਹੁੰਦਾ। ਦੇਖੋ, ਸਵਾਲ ਇਸ ਕਰਕੇ ਵੀ ਉੱਠ ਰਹੇ ਨੇ ਕਿ ਰਾਤ ਨੂੰ 12 ਸਵਾ 12 ਵਜੇ ਘਟਨਾ ਵਾਪਰਦੀ ਹੈ,
ਸਵੇਰੇ ਜਦੋਂ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਲੱਗਿਆ ਕਿ ਦਰਬਾਰ ਸਾਹਿਬ ਦੇ ਨੇੜੇ ਆ ਸਾਰਾ ਕੁਝ ਹੋਇਆ ਸੀ, ਉਸ ਸਮੇਂ ਤੱਕ ਡੀਜੀਪੀ ਸਾਹਮਣੇ ਆ ਗਏ ਸੀ, ਪ੍ਰੈਸ ਕਾਨਫਰੰਸ ਕਰ ਦਿੱਤੀ ਕਿ ਅਸੀਂ 5 ਮੁਲਜ਼ਮ ਫੜ ਵੀ ਲਏ। ਤੁਸੀਂ ਕਿਹਾ ਕਿ ਇੱਕ ਸਾਜ਼ਿਸ਼ ਘੜੀ ਜਾ ਰਹੀ ਸੀ, ਕਿ ਬ੍ਰੇਕ ਹੈ, ਕਿ ਪੂਰਾ ਮੋਡਿਊਲ ਜਾਂ ਜੋ ਪੂਰੀ ਸਾਜ਼ਿਸ਼ ਸੀ ਉੱਥੇ ਹੀ ਖਤਮ ਹੋ ਗਈ ਹੈ? ਤੁਹਾਨੂੰ ਲੱਗਦਾ ਕਿ ਹਜੇ ਹੋਰ ਪਰਤਾਂ ਖੁੱਲ ਸਕਦੀਆਂ ਨੇ? ਗੌਰਵ ਜੀ, ਪਰਤਾਂ ਤਾਂ ਪੂਰੀਆਂ ਖੁੱਲਣੀਆਂ ਨੇ ਸਰ। ਇਹ ਤਾਂ ਪਾਰਟ ਆਫ ਦ ਪ੍ਰੋਬਲਮ ਹੈ। ਮੈਂ ਡੀਜੀਪੀ ਸਾਹਿਬ ਗਰਾਊਂਡ ਤੇ ਸੀਗੇ ਨਾ ਜੀ। ਇਹ ਜਿਹੜੀ ਵੱਡੀ ਇੱਕ ਗੇਮ ਪਿਛਲੇ 1 ਸਾਲ ਚ ਪੰਜਾਬ ਚ ਕਰਨ ਦੀ ਕੋਸ਼ਿਸ਼ ਹੋਈ ਹੈ, ਉਹਨੂੰ ਐਕਸਪੋਜ਼ ਕਰਨਾ ਸਾਡੀ ਡਿਊਟੀ ਹੈ ਤੇ ਪੰਜਾਬ ਪੁਲਿਸ ਉਹਨੂੰ ਐਕਸਪੋਜ਼ ਕਰੇਗੀ। ਆਨਗੋਇੰਗ ਇਨਵੈਸਟੀਗੇਸ਼ਨ ਹੈ, ਉਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰੂੰਗਾ, ਪਰ ਇੱਕ ਆਸ਼ਵਾਸਨ ਦਿੰਨਾ ਕਿ ਜੇ ਕੋਈ ਆਪਣੇ ਮਫਾਦਾਂ ਲਈ ਜਾਂ ਸਾਡੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਲਈ ਇਹ ਹਰਕਤ ਕਰ ਰਿਹਾ, ਅਸੀਂ ਉਹਨਾਂ ਨੂੰ ਐਕਸਪੋਜ਼ ਕਰਾਂਗੇ ਤੇ ਕੜੀ ਤੋਂ ਕੜੀ ਸਜ਼ਾ ਦਿਵਾ ਕੇ ਰਹਾਂਗੇ। ਠੀਕ ਹੈ ਸਰ, ਉਹ ਤਾਂ ਲਾਜ਼ਮੀ ਤੌਰ ਤੇ ਪੰਜਾਬ ਦੇ ਲੋਕ ਔਰ ਪੋਲੀਟੀਕਲ ਪਾਰਟੀਆਂ ਆਈ ਹੋਪ ਸੋ ਕਿ ਸਾਰੀਆਂ ਤੁਹਾਡੇ ਨਾਲ ਹੋਣਗੀਆਂ ਕਿ ਜੇ ਪੰਜਾਬ ਦੇ ਖਿਲਾਫ ਕੋਈ ਸਾਜ਼ਿਸ਼ ਹੋ ਰਹੀ ਹੈ ਤਾਂ ਆਪਾਂ ਉਸ ਨੂੰ ਬਿਲਕੁਲ ਬੇਨਕਾਬ ਕਰ ਦਈਏ। ਮੈਂ ਬਾਕੀ ਮਹਿਮਾਨਾਂ ਦਾ ਰੁਖ ਕਰਦਾ, ਤੁਹਾਡੇ ਕੋਲ ਵਾਪਸ ਆਵਾਂਗਾ ਤਾਂ ਕਿ ਜਵਾਬ ਸਾਰਿਆਂ ਦੇ ਲੈ ਸਕਾਂ। ਖੜਿਆਲ ਸਾਹਿਬ, ਤੁਹਾਨੂੰ ਤੱਥਾਂ ਦੇ ਉੱਤੇ ਕਿਉਂ ਵਿਸ਼ਵਾਸ ਨਹੀਂ ਸਰ? ਜੇ ਹੁਣ 5 ਮੁਲਜ਼ਮ ਫੜ ਲਏ ਗਏ, ਐਸਜੀਪੀਸੀ ਵੀ ਉਸ ਦੇ ਉੱਤੇ ਗੌਰ ਕਰ ਰਹੀ ਹੈ ਜਾਂ ਜ਼ਿਕਰ ਕਰ ਰਹੀ ਹੈ, ਤੁਸੀਂ ਯਕੀਨ ਨਹੀਂ ਕਰ ਰਹੇ? ਗੱਲ ਇਸ ਤਰ੍ਹਾਂ ਹੈ ਕਿ ਆਮ ਆਦਮੀ ਪਾਰਟੀ ਦੀ ਕਿਹੜੀ ਗੱਲ ਤੇ ਯਕੀਨ ਕਰੀਏ। ਇਹਨਾਂ ਨੇ ਬੜੀ ਦਫਾ ਕਿਹਾ ਸੀ ਜਦੋਂ ਆਈਡੀ ਬੰਬ ਮਿਲੇ ਸੀਗੇ, ਇਹ ਤੋਂ ਬਾਅਦ ਜੀ ਕੁਝ ਨਹੀਂ ਹੋਊਗਾ। ਆਰਪੀਜੀ ਇੰਟੈਲੀਜੈਂਸ ਹੈਡਕੁਆਰਟਰਸ ਤੇ ਫਾਇਰ ਹੋ ਗਿਆ, ਉਹ ਤੋਂ ਬਾਅਦ ਜੀ ਕੁਝ ਨਹੀਂ ਹੋਊਗਾ। ਜਨਾਲਾ ਕਾਂਡ ਹੋ ਗਿਆ, ਉਹ ਤੋਂ ਬਾਅਦ ਜੀ ਕੁਝ ਨਹੀਂ ਹੋਊਗਾ। ਬਲਾਸਟ ਹੋ ਗਿਆ, ਉਹ ਤੋਂ ਬਾਅਦ ਜੀ ਕੁਝ ਨਹੀਂ ਹੋਊਗਾ। ਬੇਅਦਬੀ ਹੋਗੀ। ਸੋ ਆਮ ਆਦਮੀ ਪਾਰਟੀ ਦੀਆਂ ਗੱਲਾਂ ਤੇ ਹੁਣ ਵਿਸ਼ਵਾਸ ਉੱਠ ਚੁੱਕਿਆ, ਸਿਰਫ ਸਾਡਾ ਨਹੀਂ, ਹਰੇਕ ਪੋਲੀਟੀਕਲ ਪਾਰਟੀ ਦਾ, ਸਾਰੇ ਪੰਜਾਬ ਦੇ ਬਸ਼ਿੰਦਿਆਂ ਦਾ। ਕਿਉਂਕਿ ਆਮ ਆਦਮੀ ਪਾਰਟੀ ਨੇ ਤਾਂ ਇਹ ਵੀ ਕਿਹਾ ਸੀਗਾ ਅਸੀਂ ਆਹ ਮੁਲਜ਼ਮ ਫੜ ਲਿਆ, ਸਿੱਧੂ ਮੂਸੇਵਾਲੇ ਦੇ ਕੇਸ 'ਚੋਂ ਵੀ ਨਹੀਂ ਫੜਿਆ ਸੀਗਾ। ਇਹਨਾਂ ਨੇ ਕਿਹਾ ਸੀਗਾ ਅਸੀਂ ਬੜੇ ਵਾਅਦੇ ਵੀ ਕੀਤੇ ਸੀ। ਮੈਂ ਹੁਣ ਡਿਟੇਲ 'ਚ ਨਹੀਂ ਜਾਊਂਗਾ, ਮਹਿਲਾਵਾਂ ਨੂੰ ਡਰੱਗਸ ਖਤਮ ਕਰਨ ਦੇ, ਕੁਝ ਨਹੀਂ ਡਿਲੀਵਰ ਕਰਦੇ। ਸੋ ਭਰੋਸਾ ਤਾਂ ਰਿਹਾ ਹੀ ਨਹੀਂ ਇਹਨਾਂ ਤੇ। ਸਾਨੂੰ ਭਰੋਸਾ ਹੈ ਸਾਡੀ ਫੋਰਸਿਸ ਤੇ, ਸਾਨੂੰ ਭਰੋਸਾ ਹੈ ਸਾਡੀ ਪੁਲਿਸ ਤੇ, ਲੇਕਿਨ ਪੁਲਿਸ ਵੀ ਉਨੀ ਕੀ ਕੇਪੇਬਲ ਹੋ ਸਕਦੀ ਹੈ ਜਿੰਨੀ ਸਰਕਾਰ ਦੀਆਂ ਡਾਇਰੈਕਸ਼ਨਸ। ਤੇ ਆਮ ਆਦਮੀ ਪਾਰਟੀ ਨੂੰ ਮੈਂ ਇੱਕ ਸਵਾਲ ਪੁੱਛਦਾ ਹਾਂ ਕਿ ਆਮ ਆਦਮੀ ਪਾਰਟੀ ਕਦੋਂ ਆਪਦੀ ਮਤਲਬ ਨੀਂਦ 'ਚੋਂ ਉੱਠੂਗੀ? ਕਿਉਂਕਿ ਇੰਨੇ ਦੇਖੋ 6 ਦਿਨਾਂ ਦੇ ਵਿੱਚ 3 ਬਲਾਸਟ ਤਾਂ ਹੋਈ ਹੋਏ, 14 ਮਹੀਨਿਆਂ ਦੇ ਵਿੱਚ 14 ਵੱਡੇ ਬਲੰਡਰਸ ਵੀ ਹੋਏ ਵਿਦ ਰਿਗਾਰਡਸ ਟੂ ਲਾਅ ਐਂਡ ਆਰਡਰ। ਤੇ ਆਮ ਆਦਮੀ ਪਾਰਟੀ ਆਪਦੀ ਨੀਂਦ 'ਚੋਂ ਜਾਗਣਾ ਨਹੀਂ ਚਾਹ ਰਹੀ ਕਿਉਂਕਿ ਇਹਨਾਂ ਦੀ ਪ੍ਰਾਇੋਰਿਟੀ ਜਲੰਧਰ ਇਲੈਕਸ਼ਨ ਸੀਗੀ, ਬਲਾਸਟ ਤਾਂ ਸੀ ਨਹੀਂ। ਪਹਿਲਾ ਸਵਾਲ ਆਮ ਆਦਮੀ ਪਾਰਟੀ ਨੂੰ ਇਹ ਬਣਦਾ ਕਿ ਜਦੋਂ ਪਹਿਲਾ ਬਲਾਸਟ ਹੋ ਗਿਆ ਸੀਗਾ, ਤੁਸੀਂ ਟਾਈਮ ਬਾਉਂਡ ਇਨਕੁਆਇਰੀ ਕਿਉਂ ਨਹੀਂ ਆਰਡਰ ਕੀਤੀ? ਆਰਡਰ ਕਰ ਦਿੰਦੇ ਤਾਂ ਹੋ ਸਕਦਾ ਹੈ ਕਿ ਦੂਜੇ ਤੀਜੇ ਬਲਾਸਟ ਦੀ ਨੌਬਤ ਹੀ ਨਾ ਆਉਂਦੀ, ਲੇਕਿਨ ਧਿਆਨ ਹੀ ਕਿਤੇ ਹੋਰ ਸੀਗਾ ਜੀ। ਅੱਛਾ, ਫਿਰ ਆਮ ਆਦਮੀ ਪਾਰਟੀ ਪਹਿਲਾਂ ਡਿਸਾਈਡ ਕਰ ਲੈ ਵੀ ਕਹਿਣਾ ਕੀ ਹੈ। ਕੁਝ ਬੁਲਾਰੇ ਕਹਿ ਰਹੇ ਆ ਜੀ ਸਰਕਾਰ ਨੂੰ ਡੀਸਟੇਬਲਾਈਜ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਸਰਕਾਰ ਨੂੰ ਹਿਲਾਉਣਾ ਚਾਹੁੰਦੇ ਆ। ਗਰੇਵਾਲ ਸਾਹਿਬ ਕਹਿ ਰਹੇ ਆਨਗੋਇੰਗ ਇਨਵੈਸਟੀਗੇਸ਼ਨ ਹੈ, ਜੋ ਸਹੀ ਗੱਲ ਹੈ। ਸੋ ਜਿਹੜੇ ਪਹਿਲਾਂ ਤੁਹਾਡੇ ਬੁਲਾਰੇ ਹੋਰ ਲੀਡਰਸ ਨੇ ਗੱਲ ਕਹੀ ਹੈ ਕਿ ਡੀਸਟੇਬਲਾਈਜ਼ ਕਰ ਰਹੇ ਆ, ਉਹਨਾਂ ਨੂੰ ਕਹੋ ਵੀ ਤੁਸੀਂ ਗਲਤ ਬਿਆਨ ਦੇ ਰਹੇ ਹੋ। ਆਪਦੀ ਪਾਰਟੀ ਨੂੰ ਥੋੜਾ ਕੋ ਵੀ ਐਕਸਪੀਰੀਅੰਸ ਲੈ ਕੇ ਆਓ। ਇਹ ਜੇ ਬਿਆਨਾਤ ਨਹੀਂ ਦੇਦੇ ਕਿਉਂਕਿ ਅਜੇ ਸਿੱਟਾ ਤਾਂ ਨਿਕਲਣਾ ਬਾਕੀ ਹੈ। ਇਨਕੁਆਇਰੀ ਇਨਵੈਸਟੀਗੇਸ਼ਨ ਆਨਗੋਇੰਗ ਹੈ। ਦੂਜਾ ਗੌਰਵ ਜੀ ਇਹ ਹੈ ਕਿ ਆਪਦੇ ਰਿਸ਼ਤੇਦਾਰਾਂ ਨੂੰ ਤਾਂ ਬਹੁਤ ਸਿਕਿਉਰਿਟੀ ਦੇ ਸਕਦੇ ਆ, ਪਰਿਵਾਰ ਵਾਲਿਆਂ ਨੂੰ ਬਹੁਤ ਸਿਕਿਉਰਿਟੀ ਦੇ ਸਕਦੇ ਆ, ਆਪਦੇ ਲੀਡਰਸ ਨੂੰ ਬਹੁਤ ਸਿਕਿਉਰਿਟੀ ਦੇ ਸਕਦੇ ਆ। ਸਾਡੀ ਗੁਰੂ ਕੀ ਨਗਰੀ, ਇੰਨਾ ਪਵਿੱਤਰ ਸਥਾਨ ਹੈ, ਸਾਡਾ ਦਰਬਾਰ ਸਾਹਿਬ ਆ, ਉੱਥੇ ਮਤਲਬ ਇੰਨੇ ਲਗਾਤਾਰ ਬੈਕ ਟੂ ਬੈਕ ਬਲਾਸਟ ਹੋਣੇ, ਸੀਰੀਅਲ ਬਲਾਸਟ ਹੈ। ਤੇ ਇਹ ਤੋਂ ਵੱਡਾ ਇਸ਼ੂ ਐਜ਼ ਆਫ ਨਾਓ ਪੰਜਾਬ ਲਈ ਕੋਈ ਨਹੀਂ। ਤੇ ਕੁਝ ਲੀਡਰਸ ਤਾਂ ਕਹਿੰਦੇ ਅਸੀਂ 6 ਦਿਨ ਚ ਸੋਲਵ ਕਰ ਲਿਆ। ਦੇਖੋ ਪੰਜ ਜਿਹੜੇ ਹੈਗੇ ਅਕਿਊਜ਼ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਰਿਮਾਂਡ ਤੇ 7 ਦਿਨ ਦੇ ਲਈ। ਜੇ ਸੋਲਵ ਕਰ ਲਿਆ ਤਾਂ ਆਮ ਆਦਮੀ ਪਾਰਟੀ ਦੱਸਦੇ ਵੀ ਕਨਸਪੀਰੇਸੀ ਦੇ ਪਿੱਛੇ ਹੈ ਕੌਣ ਤੇ ਕਿਉਂ ਇਹ ਕਨਸਪੀਰੇਸੀ ਘੜੀ ਗਈ ਹੈ। ਗਰੇਵਾਲ ਸਾਹਿਬ ਦੇ ਪਹਿਲੇ ਸੈਗਮੈਂਟ ਦੇ ਵਿੱਚ ਕੋਈ ਜਵਾਬ ਨਹੀਂ ਸੀ। ਦੂਜਾ ਇਹ ਹੈ ਕਿ ਮੈਂ ਇਹਨਾਂ ਨੂੰ ਇੱਕ ਸਿੰਪਲ ਜੀ ਚੀਜ਼ ਪੁੱਛਣਾ ਚਾਹਣਾ ਹੈ ਕਿ ਕੀ ਆਮ ਆਦਮੀ ਪਾਰਟੀ ਐਤਕੀ, ਦੇਖੋ ਪਹਿਲੇ ਬਲਾਸਟ ਵੇਲੇ ਤੁਸੀਂ ਨਹੀਂ ਇਨਕੁਆਇਰੀ ਟਾਈਮ ਬਾਉਂਡ ਕੀਤੀ, ਦੂਜੇ ਵੇਲੇ ਨਹੀਂ ਕੀਤੀ, ਹੁਣ ਤਾਂ ਕਰ ਦੋ ਤਾਂ ਕਿ ਜਲਦ ਤੋਂ ਜਲਦ ਜਿਹੜੇ ਲੋਕ ਇਹਦੇ ਪਿੱਛੇ ਹੈ ਉਹ ਅੱਗੇ ਆਉਣ, ਕਨਸਪੀਰੇਸੀ ਫੋਇਲ ਹੋ ਸਕੇ। ਇਨਕੁਆਇਰੀ ਕੈਸੀ ਚਾਹੁੰਦੇ ਹੋ ਤੁਸੀਂ? ਕਿਹੋ ਜਿਹੀ ਇਨਕੁਆਇਰੀ ਚਾਹੁੰਦੇ ਹੋ? ਐਸਆਈਟੀ ਬਣਾ ਦਿੱਤੀ ਗਈ ਹੈ ਸਰ ਵੱਡੇ ਆਫੀਸਰਸ ਦੇ ਨਾਲ। ਸਰ ਅਸੀਂ ਇਹ ਭਗਵੰਤ ਮਾਨ ਸਾਹਿਬ ਦਾ ਬਿਆਨ ਹੈ, ਤੁਸੀਂ ਆਪ ਦੇਖ ਲਿਓ। ਕਹਿੰਦੇ ਸਿੱਟਾਂ ਬੇਸਿੱਟਾਂ ਹੋ ਚੁੱਕੀਆਂ, ਉਹਨਾਂ ਦਾ ਬਿਆਨ ਹੈ ਬੈਕ ਇਨ ਦਾ ਡੇ ਦਾ। ਤੇ ਹੁਣ ਜਦੋਂ ਸਰਕਾਰ ਬਣ ਗਈ, ਹੁਣ ਸਿੱਟ ਬੜੀ ਇਫੈਕਟਿਵ ਹੋ ਗਈ। ਅਸੀਂ ਕਹਿੰਦੇ ਹਾਈ ਲੈਵਲ ਇਨਕੁਆਇਰੀ ਕਰਾਓ। ਦਰਬਾਰ ਸਾਹਿਬ ਦੇ ਇੰਨੀ ਨੇੜੇ ਇਨਸੀਡੈਂਟ ਹੋਣਾ, ਗੁਰੂ ਕੀ ਨਗਰੀ ਦੇ ਵਿੱਚ ਹੋਣਾ, ਇਹ ਬਹੁਤ ਵੱਡੀ ਗੱਲ ਹੈ। ਤੇ ਵੀ ਡਿਮਾਂਡ ਹਾਈ ਲੈਵਲ ਇਨਕੁਆਇਰੀ ਇਨ ਅ ਟਾਈਮ ਬਾਉਂਡ ਮੈਨਰ, ਜੋ ਆਮ ਆਦਮੀ ਪਾਰਟੀ ਪਹਿਲਾਂ ਵੀ ਕਰ ਸਕਦੀ ਸੀ, ਕੀਤਾ ਨਹੀਂ। ਇਹਦਾ ਕਾਰਨ ਜ਼ਰੂਰ ਦੱਸੇ ਤੇ ਹੁਣ ਕਿਹੜੀ ਚੀਜ਼ ਨੂੰ ਰੋਕ ਰਹੀ ਹੈ। ਆਪਾਂ ਜਵਾਬ ਲੈ ਲਈਏ, ਜਵਾਬ ਲੈ ਲਈਏ। ਬਹੁਤ ਛੋਟਾ ਜਿਹਾ ਜਵਾਬ ਦਿਓ, ਮੈਂ ਬਾਕੀ ਮਹਿਮਾਨਾਂ ਦਾ ਰੁਖ ਕਰਦਾ। ਗਰੇਵਾਲ ਸਾਹਿਬ ਛੋਟਾ ਜਿਹਾ ਜੀ, ਛੋਟਾ ਜਿਹਾ ਜਵਾਬ ਇਹ ਹੈ ਕਿ ਸਾਡਾ ਦਰਬਾਰ ਸਾਹਿਬ ਸਾਨੂੰ ਬਹੁਤ ਪਿਆਰਾ ਜੀ। ਦਰਸ਼ਨੀ ਦਿਓੜੀ ਦੇ ਟੈਂਕ ਫਿਰਦੇ ਸੀ ਸਰ 1984 ਚ। ਸਾਡਾ ਦਰਬਾਰ ਸਾਹਿਬ ਸਾਨੂੰ ਬਹੁਤ ਪਿਆਰਾ। ਪਲੀਜ਼ ਕਾਂਗਰਸ ਨਾ ਬੋਲੇ। ਰਹੀ ਸਾਡੀ ਗੱਲ ਟਾਈਮ ਬਾਉਂਡ ਵਾਲੀ ਗੱਲ, ਮੈਂ ਅੱਜ ਗੌਰਵ ਜੀ ਤੁਸੀਂ ਕਿਹਾ ਸੀ ਸਿਆਸਤ ਨਾ ਕਰੋ, ਇਹਨਾਂ ਤੋਂ ਰਹਿ ਨਹੀਂ ਹੋਇਆ।
ਮੈਂ ਇੱਕ ਗੱਲ ਕਹਿ ਰਿਹਾ ਕਿ ਜਿਹੜੀ ਵੀ ਇਨਵੈਸਟੀਗੇਸ਼ਨ ਹੈ ਉਹ ਕੰਪਲੀਟ ਹੋਏਗੀ, ਜੋ ਵੀ ਕੋਈ ਇਨਵੋਲਵਡ ਹੈ ਉਹ ਐਕਸਪੋਜ਼ ਹੋਏਗਾ। ਤੇ ਇਹ ਜਿਹੜੀ ਹੋਛੀ ਰਾਜਨੀਤੀ ਜਿਹਦਾ ਅਸੀਂ ਪੰਜਾਬ ਤੋਂ ਪੰਜਾਬੀਆਂ ਨੇ ਨਿਜਾਤ ਪਾ ਲਈ ਸਰ, ਪੰਜਾਬੀਆਂ ਨੇ ਨਿਜਾਤ ਪਾ ਲਈ, ਪਰ ਇਹ ਪੋਲੀਟੀਕਲ ਪਾਰਟੀਆਂ ਦੇ ਹਲੇ ਮਾਈਂਡਸੈਟ ਚੋਂ ਨਹੀਂ ਨਿਕਲੀ। ਇਹਨੂੰ ਖਤਮ ਕਰਾਂਗੇ। ਔਰ ਪੰਜਾਬੀ ਕੀ ਚਾਹੁੰਦੇ ਆ, ਉਹ 13 ਨੂੰ ਹਾਥ ਕੰਗਨ ਕੋ ਆਰਸੀ ਕਿਹਾ ਜੀ, ਪੜ੍ਹੇ ਲਿਖੇ ਕੋ ਫਾਰਸੀ ਕਿਹਾ। ਠੀਕ ਹੈ, ਚਲੋ ਆਪਾਂ ਬਾਕੀ ਮੈਂਬਰਾਂ ਦਾ ਇੱਕ ਲਾਈਨ ਹੀ ਬੋਲਣੀ ਹੈ। ਇਹਨਾਂ ਨੇ ਕਾਂਗਰਸ ਪਾਰਟੀ ਦੀ ਗੱਲ ਕੀਤੀ। ਮੈਂ ਗਰੇਵਾਲ ਸਾਹਿਬ ਨੂੰ ਇਹ ਗੱਲ ਕਹੂੰਗਾ ਵੀ ਜੇ ਕਾਂਗਰਸ ਦੀ ਗੱਲ ਕਰਕੇ 40 ਸਾਲ 50 ਸਾਲ ਪੁਰਾਣੀ ਗੱਲ ਕਰਕੇ ਇਹਦਾ ਸਮਾਧਾਨ ਮਿਲਦਾ ਹੈ, ਬੰਦੇ ਫੜੇ ਜਾਂਦੇ ਕਰ ਲੋ, ਜੇ ਨਹੀਂ ਮਿਲਦਾ ਤਾਂ ਸਿੱਖ ਲੈ ਲੋ ਤੇ ਕੰਮ ਕਰਨਾ ਸ਼ੁਰੂ ਕਰ ਦੋ, ਟਾਈਮ ਬਾਉਂਡ ਇਨਕੁਆਇਰੀ ਆਰਡਰ ਕਰ ਦੋ। ਇਹ ਗੱਲਾਂ ਕਰਕੇ ਇਨਵੈਸਟੀਗੇਸ਼ਨ ਨਹੀਂ ਠੀਕ ਹੋ ਰਹੀ, ਇਹ ਗੱਲਾਂ ਕਰਕੇ ਹਾਈ ਲੈਵਲ ਇਨਕੁਆਇਰੀ ਨਹੀਂ ਹੋ ਰਹੀ, ਇਹ ਗੱਲਾਂ ਕਰਕੇ ਕਨਸਪੀਰੇਸੀ। ਠੀਕ ਹੈ, ਚਲੋ ਭਾਈ ਇੱਕ ਵਾਰੀ ਸਾਰੇ ਮਹਿਮਾਨਾਂ ਦਾ ਰੁਕ ਕਰ ਲਈਏ। ਖੜਿਆਲ ਜੀ ਔਰ ਗਰੇਵਾਲ ਸਾਹਿਬ ਥੋੜੀ ਵੇਟ ਕਰਿਓ, ਚੰਨੀ ਜੀ ਔਰ ਸਿਆਲਕਾ ਸਾਹਿਬ ਇੰਤਜ਼ਾਰ ਕਰ ਰਹੇ ਨੇ। ਕਰਾ ਲਓ। ਠੀਕ ਹੈ, ਮੈਂ ਕਹਿੰਦਾ ਗਰੇਵਾਲ ਸਾਹਿਬ ਇਹ ਗੱਲ ਦਾ ਜਵਾਬ ਤਾਂ ਤੁਸੀਂ ਦਿੱਤਾ ਨਹੀਂ ਵੀ ਇਨਕੁਆਇਰੀ ਟਾਈਮ ਬਾਉਂਡ ਕਿਉਂ ਨਹੀਂ ਕਰਾ ਰਹੇ, ਕੋਈ ਹੈ ਜਵਾਬ ਇਹਦਾ? ਦੱਸੋ। ਸਮਾਜ ਠੀਕ ਹੈ ਗਰੇਵਾਲ ਸਾਹਿਬ ਥੋੜੀ ਵੇਟ ਕਰਿਓ ਪਲੀਜ਼, ਥੋੜੀ ਵੇਟ ਕਰਿਓ। ਆਪਾਂ ਬਾਕੀ ਮਹਿਮਾਨਾਂ ਨੂੰ ਰੁਕ ਕਰੀਏ, ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਸਿਆਲਕਾ ਸਾਹਿਬ ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ। SGPC ਇਸ ਪੂਰੇ ਮਾਮਲੇ ਨੂੰ ਕਿਵੇਂ ਦੇਖ ਰਹੀ ਹੈ? ਕਿਉਂਕਿ ਇੱਕ ਤਾਂ ਦਰਬਾਰ ਸਾਹਿਬ ਦੇ ਨੇੜੇ ਹੋਇਆ ਜੋ ਕੁਝ ਘਟਨਾਕ੍ਰਮ ਹੋਇਆ, ਖਾਸ ਤੌਰ ਤੇ ਜਿਹੜਾ ਤੀਜਾ ਬਲਾਸਟ ਸੀ, ਔਰ ਇਸ ਵਿੱਚ ਵਾਲੇ ਪੁਲਿਸ ਦਾਅਵਾ ਕਰ ਰਹੀ ਹੈ ਕਿ SGPC ਨੇ ਸਹਿਯੋਗ ਕੀਤਾ ਪਰ ਅਸੀਂ 5 ਮੁਲਜ਼ਮ ਕਾਬੂ ਕਰ ਲਏ। ਲੱਗਦਾ ਹੈ ਕਿ ਇਹ ਜਾਂਚ ਜਾਂ ਫਿਰ ਜਿਹੜੇ ਮੁਲਜ਼ਮ ਕਾਬੂ ਕੀਤੇ ਗਏ ਨੇ, ਪੂਰਾ ਮਾਮਲਾ ਸਹੀ ਦਿਸ਼ਾ ਦੇ ਵਿੱਚ ਅੱਗੇ ਵਧ ਰਿਹਾ ਹੈ। ਸਭ ਤੋਂ ਪਹਿਲਾਂ ਸਾਰਿਆਂ ਨੂੰ ਤੇ ਜਿਹੜੇ ਦਰਸ਼ਕ ਵੇਖਦੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ, ਇਹ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਧਮਾਕੇ ਹੋਣੇ ਇਹ ਛੋਟੀ ਜਿਹੀ ਗੱਲ ਨਹੀਂ। ਇਹ ਇੱਕ ਇੰਡੀਕੇਸ਼ਨ ਹੈ ਜਿਵੇਂ ਪਹਿਲੇ ਸਮੇਂ 'ਚ ਹਾਲਾਤ ਖਰਾਬ ਹੋਏ ਤੇ ਉਹਦੇ ਤੋਂ ਬਾਅਦ ਅਜਿਹੀਆਂ ਘਟਨਾਵਾਂ ਉਦੋਂ ਵਾਪਰੀਆਂ ਸੀ। ਹੁਣ ਵੀ ਇਹ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਧਮਾਕੇ ਹੋਣੇ ਉਹ ਅਜਿਹਾ ਇੱਕ ਮਾਹੌਲ ਸਿਰਜਣ ਦੀ ਕੋਸ਼ਿਸ਼ ਹੈ। ਉਹ ਕਿਸੇ ਨੂੰ ਸਿਰਜਿਆ ਜਾ ਰਿਹਾ, ਭਾਵੇਂ ਪਿੱਛੇ ਕੋਈ ਸ਼ਕਤੀਆਂ ਨੇ ਜਾਂ ਜਿਸ ਤਰ੍ਹਾਂ ਵੀ, ਪਰ ਸਭ ਤੋਂ ਪਹਿਲਾਂ ਇਹਦਾ ਟਾਰਗੇਟ ਕੀਤਾ ਜਾ ਰਿਹਾ ਅੰਮ੍ਰਿਤਸਰ ਨੂੰ। ਇਸ ਵੇਲੇ ਰਿਲੀਜੀਅਸ ਟੂਰਿਜ਼ਮ ਦੀ ਹੱਬ ਆ ਅੰਮ੍ਰਿਤਸਰ ਜਿਹੜਾ ਉਹ ਦੇਸ਼ ਦਾ ਸਭ ਤੋਂ ਵੱਧ ਜਿਹੜਾ ਆਪਾਂ ਕਹਿ ਲਈਏ ਨਾ ਇਕਨੋਮਿਕ ਸੈਂਟਰ ਕਹਿ ਲਈਏ, ਇੱਕ ਫਾਈਨੈਂਸ਼ੀਅਲ ਜਿਹੜੀ ਹੱਬ ਸੀ ਉਸ ਵੇਲੇ, ਉਹਨੂੰ ਇੱਕ ਸਿਸਟਮੈਟਿਕ ਤਰੀਕੇ ਨਾਲ ਇਥੋਂ ਇੰਡਸਟਰੀ ਖਤਮ ਕੀਤੀ ਗਈ, ਇਥੋਂ ਦਾ ਵਪਾਰ ਖਤਮ ਕੀਤਾ ਗਿਆ। ਇਥੋਂ ਜਿਹੜਾ ਪੰਜਾਬ ਨੂੰ ਨਿਸ਼ਾਨੇ ਤੇ ਇਸ ਤਰ੍ਹਾਂ ਲਿਆ ਗਿਆ ਕਿ ਪਾਲਿਸੀਜ਼ ਇਹੋ ਜਿਹੀਆਂ ਬਣੀਆਂ ਜਿਹਦੇ ਨਾਲ ਟੂਰਿਸਟ ਆਪਣਾ ਸਟੂਡੈਂਟਸ ਦੇ ਜਿਹੜੇ ਆ ਉਹ IELTS ਕਰਕੇ ਬਾਹਰ ਗਏ, ਕਿਉਂਕਿ ਪੰਜਾਬ ਨੂੰ ਕੋਈ ਜਿਹੜਾ ਕੋਈ ਪੈਕੇਜ ਜਾਂ ਪੰਜਾਬ ਨੂੰ ਕੋਈ ਪੰਜਾਬ ਦੀ ਬਰਬਾਦੀ ਤੋਂ ਬਾਅਦ ਅਜਿਹਾ ਕੋਈ ਸਹੂਲਤ ਨਹੀਂ ਦਿੱਤੀ ਗਈ ਜਿਹਦੇ ਨਾਲ ਪੰਜਾਬ ਆਪਣੇ ਪੈਰਾਂ ਤੇ ਖਲੋ ਜਾਂਦਾ। ਪਰ ਹੁਣ ਜਦੋਂ ਜੇ ਪੰਜਾਬ ਥੋੜਾ ਬਹੁਤਾ ਆਪਣੇ ਪੈਰਾਂ ਤੇ ਹੋ ਰਿਹਾ ਤੇ ਉਸ ਵੇਲੇ ਫਿਰ ਉਹੀ ਜਿਹੜੀ ਆ ਉਹ ਸਿਸਟਮ ਨਾਲ, ਉਸ ਪਾਲਿਸੀ ਨਾਲ ਇਸ ਗੜਬੜ ਨੂੰ ਸ਼ੁਰੂ ਕਰਨ ਦੀ ਜਿਹੜੇ ਸੰਕੇਤ ਦੇਣੇ, ਉਹ ਪੰਜਾਬ ਲਈ ਹੀ ਇਕੱਲੀ ਬਦਕਿਸਮਤੀ ਨਹੀਂ, ਉਹ ਪੂਰੇ ਮੁਲਕ ਦੀ ਬਦਕਿਸਮਤੀ ਕਹਿ ਸਕਦੇ ਹਾਂ। ਹੁਣ ਬਿਲਕੁਲ ਪਿਛਲੇ ਸਮੇਂ ਦੀਆਂ ਘਟਨਾਵਾਂ ਤੋਂ ਜਿੱਥੇ ਸਾਡੀ ਧਾਰਮਿਕ ਲੀਡਰਸ਼ਿਪ ਨੇ ਵੱਡਾ ਇੱਕ ਸਬਕ ਸਿੱਖਿਆ, ਉੱਥੇ ਨਾਲ ਦੀ ਨਾਲ ਹਰਿਮੰਦਰ ਸਾਹਿਬ ਦੇ ਜਾਂ ਆਪਣਾ ਇੱਕ ਚਲੋ ਹੁਣ ਮੌਜੂਦਾ ਸਮੇਂ ਦੇ ਵਿੱਚ ਜਿਹੜੇ CCTV ਕੈਮਰਾ ਇੱਕ ਬੜੀ ਵੱਡੀ ਜਿਹੜੀ ਆ ਉਹ ਸਹੂਲਤ ਕਹਿ ਸਕਦੇ ਆ। ਉਹ ਸਹੂਲਤ ਜਿਹੜੀ ਆ ਉਹਦੇ ਮੁਤਾਬਕ ਜਦੋਂ ਪਿਛਲੇ ਦਿਨ ਹੀ ਤੁਸੀਂ ਵੇਖੋ ਜਦੋਂ ਇੱਕ ਬੰਦਾ ਜੰਗਲਾ ਟੱਪਿਆ ਤੇ ਉਦੋਂ ਵੀ ਜਿਹੜਾ ਉਹ CCTV ਕੈਮਰਿਆਂ ਦੇ ਨਾਲ ਪਿਛਲੇ 5 ਦਿਨ ਦੀ 6 ਦਿਨ ਦੀ ਉਹਦੀ ਜਦੋਂ ਗਤੀਵਿਧੀ ਨੋਟ ਕੀਤੀ ਗਈ ਤੇ ਉਹ ਬੰਦਾ ਜਿਹੜਾ ਸਾਹਮਣੇ ਆ ਗਿਆ। ਬੇਸ਼ੱਕ ਉਸ ਤੋਂ ਬਾਅਦ ਉਹਦਾ ਪਤਾ ਨਹੀਂ ਲੱਗਿਆ ਕੌਣ ਸੀ, ਕਿੱਥੋਂ ਆਇਆ, ਪਰ ਜਦੋਂ ਹਰਿਮੰਦਰ ਸਾਹਿਬ ਦੇ ਪੈਰੀਫੇਰੀ ਚ ਜਿੱਥੋਂ ਤੱਕ CCTV ਕੈਮਰੇ ਆਉਂਦੇ ਆ, ਜਦੋਂ ਉੱਥੇ ਐਂਟਰ ਕਰਦਾ ਅਸੀਂ ਉਦੋਂ ਤੱਕ ਉੱਥੇ ਪਹੁੰਚ ਗਏ। ਹੁਣ ਇਹ ਜਦੋਂ ਘਟਨਾਵਾਂ ਵਾਪਰੀਆਂ ਨੇ ਤੇ ਜਦੋਂ ਇਹ ਸਾਡੇ ਐਮਬਿਟ ਦੇ ਵਿੱਚ ਆਇਆ, SGPC ਦਾ ਜਿੱਥੋਂ ਤੱਕ ਜਾਂਦਾ ਕੈਮਰਿਆਂ ਦਾ ਸਿਸਟਮ ਉੱਥੋਂ ਤੱਕ ਜਦੋਂ ਆਇਆ ਤੇ ਜਿਸ ਵੇਲੇ ਬਲਾਸਟ ਕਰਦਾ ਹੀ ਆ ਉਸੇ ਵੇਲੇ ਸਾਡੇ ਜਿਹੜੇ ਆ ਉਹ CCTV ਵਾਲੇ, IT ਵਿੰਗ ਵਾਲੇ, ਸਾਡੇ ਸੁਰੱਖਿਆ ਦਸਤੇ ਵਾਲੇ, ਸਾਡੇ ਜਿਹੜੇ ਦਰਬਾਰ ਸਾਹਿਬ ਦੇ ਉਸ ਵੇਲੇ ਡਿਊਟੀ ਤੇ ਮੈਨੇਜਰ ਸਨ, ਉਹ ਸਾਰੇ ਹਰਕਤ ਦੇ ਵਿੱਚ ਆ ਗਏ। ਜਦੋਂ ਹਰਕਤ ਦੇ ਵਿੱਚ ਆ ਗਏ ਤੇ ਨਾਲ ਦੀ ਨਾਲ ਜਦੋਂ ਉਹਨਾਂ ਨੂੰ ਚੈੱਕ ਕਰ ਲਿਆ ਤੇ ਵੇਖਿਆ ਵੀ ਇਹ ਬੰਦਾ ਜਦੋਂ ਇਹ ਉਸ ਬਾਥਰੂਮ ਤੋਂ ਬਾਹਰ ਸੁੱਟਿਆ ਜਾਂਦਾ ਉਹ ਜਿਹੜਾ ਬਰੂਦ,
ਉਹ ਤੋਂ ਬਾਅਦ ਜੀ ਜਿਸ ਵੇਲੇ ਉਹਦੇ ਤੋਂ ਬਾਅਦ ਇਹਨੇ ਵੇਖਿਆ ਵੀ ਗਿਆ ਕੌਣ ਉਸ ਟਾਈਮ ਨਾਲ, ਉਹਦੇ ਤੋਂ ਬਾਅਦ ਉਹਨੂੰ ਆਪਣੇ ਸੀਸੀਟੀਵੀ ਕੈਮਰਿਆਂ ਦੇ ਨਾਲ ਲੋਕੇਟ ਕਰਦੇ ਕਰਦੇ ਜਿਸ ਵੇਲੇ ਉਹ ਆ ਗਏ ਤੇ ਉਹ ਆਣ ਕੇ ਬਰਾਂਡੇ 'ਚ ਆਰਾਮ ਨਾਲ ਸੌਂ ਗਿਆ। ਉਸੇ ਵੇਲੇ ਜਿਹੜਾ ਸੀ ਉਹ ਠੀਕ ਹੈ ਜਿਹੜੇ ਨੌਜਵਾਨ ਸਾਡੇ ਹੈਗੇ ਸੁਰੱਖਿਆ ਦਸਤੇ ਵਾਲੇ ਤੇ ਨਾਲ ਦੂਸਰੇ ਆਈਟੀ ਵਾਲੇ ਸਾਡੇ ਮੈਨ ਸਾਹਿਬ, ਉਹਨਾਂ ਸਾਰਿਆਂ ਨੇ ਮੌਕੇ ਤੇ ਪਹੁੰਚ ਕੇ ਉਹਨੂੰ ਠੀਕ ਹੈ ਜਿਹੜਾ ਬਿਲਕੁਲ ਉਹਦਾ ਘਟਨਾਕ੍ਰਮ ਦਬੋਚਣ ਤੋਂ ਬਾਅਦ ਉਹਦੇ ਸੁਣਿਆ ਦੇਖਿਆ ਉਹ ਸੀਸੀਟੀਵੀ ਦੇ ਜ਼ਰੀਏ। ਹਾਂਜੀ ਵੇਖਿਆ ਜੀ, ਜਦੋਂ ਉਹਨੂੰ ਦਬੋਚਦਾ ਤੇ ਉਹਦੇ ਦੋ ਸਾਥੀ ਹੋਰ ਜਿਹੜੇ ਆ ਉਹ ਵੀ ਨਾਲ ਸ਼ਾਮਲ ਪਾਏ ਗਏ। ਉਹਦੇ ਤੋਂ ਫੜ ਕੇ ਇਹਨੂੰ ਜਿਹੜਾ ਸੀ ਜਿੰਨੀ ਉਹਨਾਂ ਨੇ ਪੁੱਛਗਿੱਛ ਕਰਨੀ, ਕਿਉਂਕਿ ਇਹ ਸਰਕਾਰ ਦਾ ਪੁਲਿਸ ਦਾ ਪ੍ਰੈਰੋਗੇਟਿਵ ਆ, ਪੁਲਿਸ ਨੂੰ ਦੇਣਾ ਬਣਦਾ ਸੀ, ਉਹਨੂੰ ਪੁਲਿਸ ਨੂੰ ਦੇ ਦਿੱਤਾ ਜੀ। ਹੁਣ ਉਹ ਤੋਂ ਬਾਅਦ ਜਿਹੜੀ ਅਗਲੀ ਇਨਵੈਸਟੀਗੇਸ਼ਨ ਗਈ ਆ, ਉਸ ਇਨਵੈਸਟੀਗੇਸ਼ਨ ਦੇ ਮੁਤਾਬਕ ਦੋ ਬੰਦੇ ਹੋਰ ਜਾਂ ਜਿੰਨੇ ਵੀ ਸ਼ਾਮਲ ਹੋਣ ਤੱਕ ਉਹਨਾਂ ਦੇ ਆਏ ਨੇ, ਤਫਤੀਸ਼ ਦੇ ਸਾਹਮਣੇ ਆਏ ਨੇ, ਉਹ ਸਾਰੇ ਬੰਦਿਆਂ ਦਾ ਜਿਹੜਾ ਜੀ ਉਹਨਾਂ ਨੇ ਉਹ ਕਰ ਲਿਆ ਜੀ। ਇਹ ਤੇ ਹੁਣ ਸਰਕਾਰ ਤੇ ਆ ਵੀ ਉਹ ਕਿਵੇਂ ਇਸ ਚੀਜ਼ ਨੂੰ ਵੇਖਦੀ ਆ, ਪਰ ਜੇ ਇਹ ਨਾ ਕਾਬੂ ਆਉਂਦੇ ਤੇ ਇੱਕ ਬੜੇ ਤਰ੍ਹਾਂ ਦਾ ਬੜਾ ਵੱਡਾ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਸੀ, ਜਿਹਦੇ ਨਾਲ ਨਾ ਸਿਰਫ ਆਉਣ ਵਾਲੇ ਸ਼ਰਧਾਲੂਆਂ ਦੀ ਜਿਹੜੀ ਆ ਉਹ ਤੁਹਾਡੇ ਬਿਆਨ ਇੱਕ ਚੀਜ਼ ਤਾਂ ਕਹਿ ਰਹੇ ਨੇ ਕਿ ਜਿਹੜੇ ਨਾਲ ਦੀ ਨਾਲ ਬਿਜ਼ਨਸ ਵੀ ਇਫੈਕਟ ਹੋ ਰਿਹਾ ਸੀ। ਇੱਕ ਤਾਂ ਰੋਕ ਇੱਕ ਪੁਆਇੰਟ ਦੇ ਉੱਤੇ ਜਾ ਕੇ ਲੱਗੀ। ਮੈਂ ਤੁਹਾਡੇ ਕੋਲ ਵਾਪਸ ਆਉਣਾ ਸਰ, ਮੈਂ ਇੱਕ ਵਾਰ ਸਾਰੇ ਮਹਿਮਾਨਾਂ ਦਾ ਰੁਖ ਕਰ ਲਵਾਂ। ਤੁਸੀਂ ਬਹੁਤ ਡਿਟੇਲ ਦੇ ਨਾਲ ਦੱਸ ਵੀ ਦਿੱਤਾ ਕਿ ਉੱਥੇ ਵਾਪਰਿਆ ਕੀ, ਖਾਸ ਤੌਰ ਤੇ ਜਦੋਂ ਤੀਜਾ ਧਮਾਕਾ ਹੋਇਆ ਹੈ ਉਸ ਸਮੇਂ। ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਮੈਂ ਇੱਕ ਵਾਰ ਰੁਕ ਕਰਦਾ ਚੰਨੀ ਜੀ ਦਾ, ਬੀਜੇਪੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਚੰਨੀ ਜੀ, ਆਵਾਜ਼ ਪਹੁੰਚ ਰਹੀ ਹੋਵੇਗੀ। ਬੀਜੇਪੀ ਇਸ ਨੂੰ ਕਿਵੇਂ ਦੇਖ ਰਹੀ ਹੈ? ਕਿਉਂਕਿ ਇੱਕ ਪਾਸੇ ਜ਼ਿਕਰ ਹੋ ਰਿਹਾ ਕਿ ਸੈਂਟਰ ਵਾਲੀਆਂ ਏਜੰਸੀਆਂ ਤੋਂ ਜਾਂਚ ਕਰਵਾਈ ਜਾਵੇ, ਦੂਜੇ ਪਾਸੇ ਪੰਜਾਬ ਪੁਲਿਸ ਨੇ SIT ਬਣਾ ਦਿੱਤੀ, SIT ਦੇ ਬਣਾ ਤਾਂ ਦਿੱਤੀ, ਨਾਲ ਹੀ 5 ਮੁਲਜ਼ਮ ਵੀ ਹੁਣ ਤੱਕ ਕਾਬੂ ਕਰ ਲਏ ਗਏ। ਇਨਵੈਸਟੀਗੇਸ਼ਨ ਕੀ ਵਾਕਈ ਸਹੀ ਡਾਇਰੈਕਸ਼ਨ ਦੇ ਵਿੱਚ ਇਸ ਸਮੇਂ ਨਜ਼ਰ ਆ ਰਹੀ ਹੈ ਬੀਜੇਪੀ ਨੂੰ? ਜੇਕਰ ਨਹੀਂ ਤਾਂ ਕਿਉਂ, ਜੇਕਰ ਹਾਂ ਤਾਂ ਕਿਉਂ? ਦੇਖੋ ਗੌਰਵ ਜੀ, ਗੱਲ ਇਹ ਹੈਗੀ ਹੈ ਕਿ ਇੱਕ ਤਾਂ ਬਹੁਤ ਮੰਦਭਾਗਾ ਜਿਹੜਾ ਐਪੀਸੋਡ ਹੋਇਆ ਹੈ, ਕਿਉਂਕਿ ਸੀਰੀਅਲ ਬਲਾਸਟ ਹੋਏ ਨੇ 1 2 3, ਔਰ ਉਹ ਵੀ ਦਰਬਾਰ ਸਾਹਿਬ ਦੇ ਜਿਹੜੇ ਏਰੀਏ ਦੇ ਨਾਲ ਏਰੀਏ ਦੇ ਵਿੱਚ ਹੋਏ। ਮੈਂ ਧੰਨਵਾਦ ਕਰਦਾ SGPC ਦੀ ਟਾਸਕ ਫੋਰਸ ਦਾ, ਜਿਨ੍ਹਾਂ ਨੇ ਸਤਰਕ ਰਹਿ ਕੇ ਇਹਦਾ ਉਹ ਬੰਦੇ ਇਹਨਾਂ ਨੂੰ ਪਤਾ ਲੱਗ ਗਿਆ ਜੀ। ਔਰ ਉਸ ਤੋਂ ਬਾਅਦ ਮੈਂ ਪੰਜਾਬ ਪੁਲਿਸ ਨੂੰ ਵੀ ਕੰਗ੍ਰੈਚੁਲੇਟ ਕਰਦਾ ਕਿ ਉਹਨਾਂ ਨੇ ਇਹ ਜਿਹੜੇ ਬੰਦੇ ਸੀਗੇ 5 ਬੰਦੇ ਇਸ ਸੰਬੰਧ ਵਿੱਚ ਫੜ ਲਏ। ਗੌਰਵ ਜੀ, ਗੱਲ ਇਹ ਹੈਗੀ ਹੈ, ਦੇਖੋ ਇਹ ਹੈਗੇ ਬੰਦੇ ਅਜੇ ਕੋਈ ਕਿਸੇ ਆਪਾਂ ਤੱਥ ਤੇ ਜਾ ਕੇ ਇਹਦਾ ਅਸੀਂ ਮੋਹਰਿਆਂ ਨਾਲ ਗੱਲ ਕਰਦੇ ਹਾਂ। ਜਿਹੜੇ ਮੋਹਰੇ ਹੁੰਦੇ ਨੇ ਬੰਦੇ, ਇਹ ਜਿਹੜੇ ਅਸਲੀ ਜਿਹੜੇ ਹੁੰਦੇ ਆ ਰੀਅਲ ਜਿਹੜੇ ਬੰਦੇ ਹੈਗੇ ਫੋਰਸਸ, ਉਹ ਨਹੀਂ ਹੁੰਦੇ। ਜਿੰਨੀ ਦੇਰ ਅਸੀਂ ਰੀਅਲ ਫੋਰਸਸ ਨੂੰ ਆਇਡੈਂਟੀਫਾਈ ਨਹੀਂ ਕਰਾਂਗੇ ਤਾਂ ਅਸੀਂ ਉਹਦੀ ਤਹਿ ਤੱਕ ਜੇ ਮੋਹਰੇ ਚਾਹੇ ਹੁਣ ਇਹ 5 ਫੜ ਲਓ, ਕੱਲ ਨੂੰ 10 ਫੜ ਲਓ, ਫਿਰ 15 ਫੜ ਲਓ, ਇਹ ਮੁੱਕਦੇ ਨਹੀਂ ਹੈ। ਠੀਕ ਹੈ। ਹੁਣ ਤੁਸੀਂ ਚਾਹੇ ਸਿੱਧੂ ਮੂਸੇਵਾਲੇ ਦੇ ਕੇਸ ਤੋਂ ਲੈ ਲਓ, ਜਿੰਨੇ ਬੰਦੇ ਮਰਜ਼ੀ ਫੜ ਲਓ, ਉਹ ਜਿਹੜਾ ਬਿਸ਼ਨੋਈ ਆ ਉਹ ਤਾਂ ਤੁਰਿਆ ਫਿਰਦਾ, ਉਹਨੂੰ ਉਹਦੀ ਸਿਹਤ ਤੇ ਕੋਈ ਅਸਰ ਨਹੀਂ। ਮਤਲਬ ਜਿਹੜੇ ਬੰਦੇ ਅਸਲੀ ਕਰਦੇ ਨੇ, ਜਿਹੜੀਆਂ ਅਸਲੀ ਤਾਕਤਾਂ ਨੇ, ਉਹਨਾਂ ਦੀ ਸਿਹਤ ਤੇ, ਚਾਹੇ ਗੋਲਡੀ ਬਰਾੜ ਆ ਜਾਂ ਉਹਨਾਂ ਤੇ ਫਰਕ ਨਹੀਂ ਪੈਂਦਾ। ਪਰ ਇਹ ਜਿਹੜੇ ਮੋਹਰੇ ਹੁੰਦੇ, ਉਹਨਾਂ ਨਾਲ ਅਸੀਂ ਆਪਣੇ ਆਪ ਨੂੰ ਸੈਟੀਸਫਾਈ ਕਰ ਲੈਂਦੇ ਹਾਂ ਵੀ ਠੀਕ ਹੈ। ਦੂਜੀ ਗੱਲ ਜੀ, ਇਹ ਇੱਕ ਦੇਖੋ, ਜਿੰਨੀ ਦੇਰ ਸਾਡੀ ਇਹ ਬਹੁਤ ਵੱਡਾ ਇੰਟੈਲੀਜੈਂਸ ਫੇਲਰ ਹੈ। ਔਰ ਦੂਸਰੇ ਨੰਬਰ ਤੇ ਜਦੋਂ ਪਹਿਲਾ ਬਲਾਸਟ ਹੋਇਆ ਸੀ ਤੇ ਉਦੋਂ ਅਸੀਂ ਐਕਸ਼ਨ ਦੇ ਵਿੱਚ ਕਿਉਂ ਨਹੀਂ ਆ? ਦੇਖੋ SGPC ਨੇ ਆਪਣਾ ਕੰਮ ਕੀਤਾ। ਜੇ ਸਾਡੇ ਕੋਲ ਇੰਟੈਲੀਜੈਂਸ ਹੁੰਦੀ ਤੇ ਐਡਾ ਵੱਡਾ ਸਾਡਾ ਮਹਿਕਮਾ, ਐਡੀ ਵੱਡੀ ਸਾਡੀ ਸਰਕਾਰ ਹੈ, ਤਾਂ ਅਸੀਂ ਇਸ ਬੰਦੇ ਨੂੰ ਦੇਖੋ, ਇੱਕ ਹੁੰਦੀ ਹੈ ਪ੍ਰੀਵੈਂਸ਼ਨ, ਇੱਕ ਹੁੰਦਾ ਕਿਉਰ। ਪ੍ਰੀਵੈਂਸ਼ਨ ਇਜ਼ ਆਲਵੇਜ਼ 1000 ਟਾਈਮਸ ਬੈਟਰ ਦੈਨ ਕਿਉਰ। ਇਹ ਕੀ ਕਰਦੇ ਨੇ ਕਿ ਪਹਿਲਾਂ ਕਹਿੰਦੇ ਕੁਝ ਹੋ ਜੇ, ਫਿਰ ਇੱਕ ਸਟੇਟਮੈਂਟ ਇਹਨਾਂ ਦੀ ਆਉਂਦੀ ਹੈ ਸਟੈਂਡਰਡ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਹੁਣ ਚਾਹੇ ਸਿੱਧੂ ਮੂਸੇਵਾਲੇ ਤੋਂ ਲੈ ਕੇ, ਚਾਹੇ ਗੋਇੰਦਵਾਲ ਸਾਹਿਬ, ਚਾਹੇ ਜੇਲ੍ਹਾਂ ਦੇ ਵਿੱਚ ਸਿੱਟ ਬਣੀ ਸੀ ਵੀ ਬਿਸ਼ਨੋਈ ਦੀ ਕਿਹਨੇ ਇੰਟਰਵਿਊ ਕਰਾਈ ਹੈ, ਮਰਡਰ ਗੋਇੰਦਵਾਲ ਸਾਹਿਬ ਦੇ ਵਿੱਚ ਕਿਹਨੇ ਕੀਤੇ ਹੈਗੇ ਨੇ, ਸੂਰੀ ਦਾ ਮਰਡਰ, ਪਟਿਆਲੇ ਦਾ, ਬਹੁਤ ਇੰਸੀਡੈਂਟ ਹੋਏ ਨੇ, RPG ਅਟੈਕ, ਪਰ ਉਹਨਾਂ ਦਾ ਸਿੱਟਾ ਕੀ ਨਿਕਲਿਆ ਅੱਜ ਤੱਕ? ਕਿਹੜੇ ਬੰਦੇ, ਕਿਹੜੀਆਂ ਤਾਕਤਾਂ ਆਇਡੈਂਟੀਫਾਈ ਹੋਈਆਂ ਨੇ ਵੀ ਆਹ ਤਾਕਤ ਸੀ ਇਹਦੇ ਮਗਰ? ਅਸੀਂ ਕੀ ਕਰਦੇ, ਅਸੀਂ ਟਾਈਮ ਟਪਾ ਰਹੇ। ਇੱਕ ਵਾਰੀ ਹੋ ਗਿਆ, ਸਿੱਟ ਬਣਾ ਦੀ ਭੁੱਲ ਗਏ, ਹੁਣ ਸਿੱਟ ਦੇ ਸਿੱਟ ਆਈ ਜਾਂਦੇ। ਜਿਵੇਂ ਕਹਿ ਰਹੇ ਕਿ ਸਿੱਟ ਵੀ ਬੇਸਿੱਟਾ ਹੋ ਗਈ। ਦੇਖੋ, ਜੇ ਤੁਸੀਂ ਟਾਈਮ ਬਾਉਂਡ ਨਹੀਂ ਕਰੋਗੇ, ਪ੍ਰੋਪਰਲੀ ਤੁਸੀਂ ਲੋਕਾਂ ਨੂੰ ਅਪਰਾਈਜ਼ ਨਹੀਂ ਕਰੋਗੇ, ਲੋਕਾਂ ਨੂੰ ਕੌਨਫੀਡੈਂਸ ਨਹੀਂ ਲਾਓਗੇ, ਦੇਖੋ ਜਿਹੜਾ ਲਾ ਐਂਡ ਆਰਡਰ ਹੁੰਦਾ, ਲੋਕ ਸੜਕਾਂ ਨੂੰ ਵੇਟ ਕਰ ਸਕਦੇ, ਡਿਸਪੈਂਸਰੀਆਂ ਨੂੰ ਵੇਟ ਕਰ ਸਕਦੇ, ਸਕੂਲਾਂ ਨੂੰ ਵੇਟ ਕਰ ਸਕਦੇ, ਪਰ ਲਾ ਐਂਡ ਆਰਡਰ ਨੂੰ ਸਪੈਸ਼ਲੀ ਜਦੋਂ ਸਾਡੀ ਕਮਿਊਨਲ ਹਾਰਮਨੀ ਹਿੱਟ ਹੋ ਰਹੀ ਹੋਵੇ, ਉਸ ਚੀਜ਼ ਨੂੰ ਕੋਈ ਬੰਦਾ ਨਹੀਂ ਟੋਲਰੇਟ ਕਰ ਸਕਦਾ, ਈਵਨ ਫਾਰ ਅ ਮਿੰਟ। ਔਰ ਜਿਹੜਾ ਸਾਡਾ ਸਿੱਖੀ ਧਰਤੀ ਦਾ ਘਰ ਹੈ, ਧੁਰਾ ਹੈਗਾ ਸਾਡਾ ਸਾਰਾ, ਸਾਰੀ ਦੁਨੀਆ ਤੇ ਆ ਕੇ
ਨਤਮਸਤਕ ਹੁੰਦੀ ਹੈ। ਜੇ ਇਸ ਏਰੀਆ ਦੇ ਵਿੱਚ ਹੋ ਰਹੇ ਨੇ, ਇਹਦਾ ਮਤਲਬ ਸਾਜ਼ਿਸ਼ ਕਿੰਨੀ ਡੂੰਘੀ ਹੈ, ਕੀ ਉਹਨਾਂ ਦੇ ਇਰਾਦੇ ਨੇ। ਮਤਲਬ ਤੁਹਾਨੂੰ ਲੱਗ ਰਿਹਾ ਹੈ ਕਿ ਮਾਸਟਰਮਾਈਂਡ ਕੌਣ ਨੇ, ਉਹਨਾਂ ਦੇ ਉੱਤੇ ਫੋਕਸ ਕੀਤਾ ਜਾਵੇ ਕਿ ਪਿੱਛੇ ਚਲਾ ਕੌਣ ਰਹੇ ਨੇ ਪੂਰਾ ਸਾਜ਼ਿਸ਼ ਦਾ ਨੈਕਸਸ ਜੋ ਵੀ ਹੈ। ਬਿਲਕੁਲ ਸਾਰੀ ਦੁਨੀਆ ਚਾਹੁੰਦੀ, ਪਰ ਇਹ ਨਹੀਂ ਚਾਹੁੰਦੀ ਵੀ ਅਸੀਂ। ਮੈਂ ਰਿਐਕਸ਼ਨ ਲੈਣਾ ਸਰ, ਇੱਕ ਵਾਰੀ ਜਵਾਬ ਲੈਣੇ ਆ। ਮੈਂ ਗਰੇਵਾਲ ਸਾਹਿਬ ਦਾ ਰੁਖ ਕਰਦਾ, ਖੜਿਆਲ ਜੀ ਮੈਂ ਤੁਹਾਡੇ ਕੋਲ ਫੇਰ ਆਵਾਂਗਾ। ਪਰ ਇਸ ਪੂਰੀ ਕਹਾਣੀ ਦੇ ਵਿੱਚ ਜਾਂ ਕਹਾਂ ਕਿ ਜੋ ਸਾਜ਼ਿਸ਼ ਘੜੀ ਗਈ ਆ, ਬਲਾਸਟ ਹੋਏ, ਇਸ ਦੇ ਵਿੱਚ ਸਭ ਤੋਂ ਅਨਫੋਰਚੂਨੇਟ ਗੱਲ ਪਤਾ ਕੀ ਹੈ? ਉਹ ਇਹ ਹੈ ਕਿ ਜਿਨ੍ਹਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਉਹ ਸਾਰੇ ਪੰਜਾਬੀ ਨੇ। ਇਹ ਇੱਕ ਬਹੁਤ ਤਰਾਜ਼ੀ ਸਾਡੇ ਲਈ ਤੁਸੀਂ ਕਹਿ ਸਕਦੇ ਹੋ। ਮੈਂ ਕਿਸੇ ਧਰਮ ਦਾ ਜ਼ਿਕਰ ਨਹੀਂ ਕਰ ਰਿਹਾ ਕਿ ਕਿਹੜੇ ਧਰਮ ਦੇ ਨਾਲ ਜੁੜੇ ਹੋਏ ਨੇ ਜਾਂ ਨਹੀਂ ਜੁੜੇ ਹੋਏ, ਪਰ ਜਦੋਂ ਕੋਈ ਪੰਜਾਬ ਦਾ ਸ਼ਖਸ ਪੰਜਾਬੀ ਹੋਵੇ, ਉਹ ਦਰਬਾਰ ਸਾਹਿਬ ਦੇ ਨੇੜੇ ਇੱਕ ਕੋਸ਼ਿਸ਼ ਕਰ ਲਵੇ ਕਿ ਬਲਾਸਟ ਕਰ ਦੇਵਾਂ ਜਾਂ ਉਸ ਗਲਿਆਰੇ ਦੇ ਵਿੱਚ, ਤਾਂ ਇਸ ਤੋਂ ਵੱਧ ਮੰਦਭਾਗਾ ਕੀ ਹੋਏਗਾ? ਗਰੇਵਾਲ ਸਾਹਿਬ ਦੇਖੋ, ਘੁੰਮ ਫਿਰ ਕੇ ਗੱਲ ਤੁਹਾਡੇ ਉੱਪਰ ਆਉਂਦੀ ਹੈ ਕਿ ਇੱਕ ਤਾਂ ਜਦੋਂ ਜਿਸ ਦਿਨ ਪਹਿਲਾਂ ਬਲਾਸਟ ਹੋਇਆ 6 ਤਰੀਕ ਨੂੰ, ਉਸ ਸਮੇਂ ਕੀ ਵਾਕਈ ਨਹੀਂ ਪਤਾ ਲੱਗਿਆ ਕਿ ਇਹ ਤਾਂ ਬਹੁਤ ਵੱਡੀ ਗੱਲ ਹੋਗੀ ਹੈਰੀਟੇਜ ਸਟਰੀਟ ਦੇ ਵਿੱਚ ਜੇਕਰ ਕੋਈ ਇਸ ਤਰੀਕੇ ਦੀ ਘਟਨਾ ਵਾਪਰੀ ਹੈ। ਪੁਆਇੰਟ ਨੰਬਰ 2 ਕਿ SIT ਵਾਲਾ ਪੂਰਾ ਫਾਰਮੂਲਾ ਤਾਂ ਬੜਾ ਪੁਰਾਣਾ ਹੈ ਔਰ SIT ਦੇ ਉੱਤੇ ਕੁਐਸਚਨਸ ਪਹਿਲਾਂ ਵੀ ਉੱਠਦੇ ਰਹੇ ਨੇ, ਹੁਣ ਵੀ ਉੱਠ ਰਹੇ ਨੇ। ਜੀ ਜੀ ਗੌਰਵ ਜੀ, ਗੱਲ ਇਸ ਤਰ੍ਹਾਂ ਦੇਖੋ, ਸਭ ਤੋਂ ਪਹਿਲਾਂ ਸਿਆਲਕਾ ਸਾਹਿਬ ਦਾ ਧੰਨਵਾਦ। ਇਹਨਾਂ ਨੇ ਬਿਲਕੁਲ ਸਹੀ ਕਿਹਾ ਕਿ ਮਸਾਂ ਚੀਜ਼ਾਂ ਲੀਕ ਤੇ ਆ ਰਹੀਆਂ ਨੇ ਤੇ ਸ਼ਰਾਰਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਸਿਆਲਕਾ ਸਾਹਿਬ ਆਪਣੇ ਜਦੋਂ ਬਗਾਨੇ ਕਰਦੇ ਆਪਾਂ ਸਹਿ ਲੈਂਦੇ, ਇੱਥੇ ਤਾਂ ਆਪਣੇ ਵੀ ਨਾਲ ਰਲੇ ਹੋਏ ਨੇ ਇਹਨਾਂ ਦੇ। ਅਫਸੋਸ ਤਾਂ ਇਹੀ ਹੈ, ਪਰ ਧੰਨਵਾਦੀ SGPC ਦਾ ਜਿਨ੍ਹਾਂ ਨੇ ਸਤਰਕਤਾ ਦਿਖਾਈ। ਦੇਖੋ ਇੱਕ ਪੈਟਰਨ ਦੇਖੋ ਜੀ, ਬਾਹਰ ਪਟਾਸ ਇਕੱਠੀ ਕੀਤੀ ਗਈ, ਇੱਕ ਬਲਾਸਟ, ਲੋ ਇੰਟੈਂਸਿਟੀ ਪਟਾਸ ਪਟਾਕਿਆਂ ਵਾਲੀ, ਜਿਹੜੇ ਆਪਣੇ ਘਰੇ ਫੂਕੀ ਜਿਹੜੇ ਬੰਬ ਹੁੰਦੇ ਆ ਉਹ ਇਕੱਠੇ ਕਰਕੇ ਡੇਂਜਰਸ ਹੁੰਦੇ ਆ ਜੀ, ਡੇਂਜਰਸ ਹੁੰਦੇ ਆ ਜਦੋਂ ਇਕੱਠੇ ਕਰਕੇ ਕੀਤੇ ਜਾਣ। ਨੇਲਸ ਪਾਇਨ ਬਹੁਤ ਡੇਂਜਰਸ ਹੁੰਦੇ ਆ। ਉੱਥੋਂ ਇੱਕ ਸਿਆਸਤ ਕਰਦੇ ਕਰਦੇ ਬੜੀ ਬੇਸ਼ਰਮੀ ਨਾਲ ਆਪਣੇ ਪਵਿੱਤਰ ਸਥਾਨ ਦੇ ਏਰੀਆ ਦੇ ਵਿੱਚ ਵੜੇ ਨੇ ਇਹ ਲੋਕ। ਚਲੋ ਉਹ ਸਰ ਬਿਲਕੁਲ ਸਹੀ ਗੱਲ ਤੁਹਾਡੀ, ਜਿਹੜੀ ਲੀਕ ਤੇ ਲਿਆ ਰਹੇ ਆ ਸਰ, ਲੀਕ ਤੇ ਲਿਆ ਕੇ ਰਹਾਂਗੇ। ਐਂਡ ਤੁਹਾਡੇ ਧੰਨਵਾਦੀ ਆ ਕਿ ਤੁਸੀਂ ਪੰਜਾਬ ਦਾ ਤੇ ਸਾਰੀ ਦੁਨੀਆ ਦਾ ਭਲਾ ਸੋਚਿਆ ਐਂਡ ਤੁਸੀਂ ਮਦਦ ਕੀਤੀ ਐਂਡ ਥੈਂਕ ਯੂ ਸੋ ਮਚ। ਐਂਡ ਮੈਨੂੰ ਪੱਕਾ ਪਤਾ ਹੈ ਕਿ ਉਸ ਗੁਰੂ ਦੇ ਘਰ ਚੋਂ ਚੰਗਾ ਹੀ ਨਿਕਲੇਗਾ, ਉਸ ਗੁਰੂ ਦੇ ਘਰ ਚ ਕੋਈ ਵੀ ਸਾਜ਼ਿਸ਼ ਕਰਨ ਵਾਲਾ ਬਚੇਗਾ। ਪਹਿਲੀ ਗੱਲ ਆਪਾਂ ਪੁਆਇੰਟ ਤੇ ਆਈਏ ਗਰੇਵਾਲ ਸਾਹਿਬ, ਸਮਾਂ ਬਹੁਤ ਘੱਟ ਹੋਏਗਾ। ਮੈਂ ਸਿੱਧਾ ਜਾਂਚ ਵਾਲੀ ਪੁਆਇੰਟ ਤੇ ਹੈ ਸਰ, ਜਾਂਚ ਵਾਲੀ ਗੱਲ ਦੱਸਦਾ ਕਿ ਇਹ ਜਿਹੜੇ ਸਿੱਟਾਂ ਬੇਸਿੱਟਾ ਕਿਉਂ ਸੀ? ਧਰਮ ਦੀ ਰਾਜਨੀਤੀ ਚੱਲ ਰਹੀ ਸੀ, ਗੈਂਗਸਟਰਸ ਨੂੰ ਸੁਰੱਖਿਅਤ ਦੀ ਰਾਜਨੀਤੀ ਚੱਲ ਰਹੀ ਸੀਗੀ, ਡਰੱਗ ਬੱਚਿਆਂ ਨੂੰ ਸੁਰੱਖਿਅਤ ਦੀ। ਐਂਡ ਸਰ ਨੇ ਸਹੀ ਕਿਹਾ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਸਰ ਅਸੀਂ ਤਾਂ ਕੋਡ ਕੱਢਤਾ, ਧਰਮ ਦੀ ਰਾਜਨੀਤੀ ਦਾ ਕੋਡ ਪੰਜਾਬ ਚੋਂ ਕੱਢਤਾ। ਹੁਣ ਤਾਂ ਜਾਂਦੇ ਚੋਰ ਦੀਆਂ ਤੜਾਗੀਆਂ ਨੇ, ਸਮਝ ਲਓ ਮੇਰੀ ਗੱਲ। ਪੰਜਾਬ 'ਚ ਕਿਸੇ ਤਰੀਕੇ ਨਾਲ ਭਾਈਚਾਰਾ ਨਹੀਂ ਖਰਾਬ ਹੋ ਰਿਹਾ। ਇਹ ਇਨਵੈਸਟੀਗੇਸ਼ਨ ਜੀ ਗਰੇਵਾਲ ਸਾਹਿਬ, ਤੁਹਾਨੂੰ ਕਾਂਗਰਸ ਜਾਂ ਅਕਾਲੀ ਦਲ ਦੇ ਸਮੇਂ ਬਣੀਆਂ SIT ਤੋਂ ਵੱਖਰੀ ਮੌਜੂਦਾ ਸਮੇਂ ਦੀ SIT ਨਜ਼ਰ ਆ ਰਹੀ ਹੈ, ਤੁਸੀਂ ਇਹੀ ਕਹਿ ਰਹੇ ਹੋ? ਨੀਤਾਂ ਨਾਲ ਮਰਾਦਾਂ ਜਦੋਂ ਸਾਡੀ ਪੋਲਿਟਿਕਸ ਨਹੀਂ ਹੈ, ਜਿਨ੍ਹਾਂ ਦੀ ਪੋਲਿਟਿਕਸ ਇਹ ਹੈ ਉਹਨਾਂ ਲਈ SITਆਂ ਬੇਸਿੱਟਾਂ ਹੋਣੀਆਂ ਜ਼ਰੂਰੀ ਨੇ। ਸਾਡੀ ਰਾਜਨੀਤੀ ਹੋਰ ਹੈ, ਅਸੀਂ ਰਾਜਨੀਤੀ ਹੈਲਥ ਦੀ ਐਜੂਕੇਸ਼ਨ ਦੀ ਸਹੂਲਤਾਂ ਦੀ ਕਰਦੇ ਹਾਂ, ਅਸੀਂ ਤਾਂ ਰਾਜਨੀਤੀ ਖਤਮ ਕਰਨੀ ਹੈ। ਠੀਕ ਹੈ, ਚਲੋ ਆਪਾਂ ਜਵਾਬ ਲੈ ਲਈਏ ਖੜਿਆਲ ਸਾਹਿਬ, ਜਵਾਬ ਲੈ। ਦੇਖੋ, ਜੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਰਿਕਾਰਡ ਹੁੰਦਾ ਨਾ ਵੀ ਕਿਹੜੀ ਸਰਕਾਰ ਦੇ ਘੱਟ ਤੋਂ ਘੱਟ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਲਾਅ ਐਂਡ ਆਰਡਰ ਇਨਸੀਡੈਂਟਸ ਹੋਏ ਹੈ, ਤੇ ਆਮ ਆਦਮੀ ਪਾਰਟੀ ਨੂੰ ਰੈਂਕ 1 ਦਾ ਖਿਤਾਬ ਜ਼ਰੂਰ ਮਿਲਦਾ। ਤੇ ਜੇ ਖੋ ਰਿਕਾਰਡ ਹੁੰਦਾ, ਬਾਰ-ਬਾਰ 1 ਸੈਕਿੰਡ ਵਿੱਚ ਨਾ ਬੋਲਿਓ, 1 ਮਿੰਟ ਵਿੱਚ ਨਾ ਬੋਲੋ, ਮੈਂ ਤੁਹਾਡੇ ਟਾਈਮ ਲਗਾਤਾਰ ਬੋਲੂੰਗਾ, ਵਰਨਾ ਸੁਣਨ ਦਾ ਮਾਦਾ ਰੱਖੋ, ਸੁਣਨ ਦਾ ਮਾਦਾ ਰੱਖੋ। ਗੌਰਵ ਜੀ ਕਾਈਂਡਲੀ ਇਹਨਾਂ ਨੂੰ ਸਮਝਾਓ ਜ਼ਰਾ। ਦੂਜਾ ਇਹ ਹੈ ਕਿ ਆਮ ਆਦਮੀ ਪਾਰਟੀ ਇਜ਼ ਟੂ ਬਿਗ ਔਨ ਵਰਡਸ, ਬਹੁਤ ਸ਼ਬਦ ਬਾਰ-ਬਾਰ ਬੋਲਦੇ ਆ। ਪੀਸ ਨਹੀਂ ਜੀ ਡਿਸਟਰਬ ਹੋਣ ਦੇਵਾਂਗੇ, ਸਖਤ ਸਜ਼ਾ ਦੇਵਾਂਗੇ, ਕੋਈ ਬਖਸ਼ਿਆ ਨਹੀਂ ਜੀ ਜਾਊਗਾ। ਇਹ ਮਤਲਬ ਇੰਨੀ ਇੱਕ ਵਾਰੀ ਇਹ ਬੋਲ ਚੁੱਕੇ ਹੈ ਤੇ ਹਰੇਕ ਵਾਰੀ ਉਹਦਾ ਆਪੋਜ਼ਿਟ ਹੋਇਆ। ਸੋ ਐਤਕੀ ਅਸੀਂ ਇਹਨਾਂ ਨੂੰ ਪੁੱਛਦੇ ਹਾਂ, ਜਦੋਂ ਗਰੇਵਾਲ ਸਾਹਿਬ ਦਾ ਟਾਈਮ ਆਇਆ ਇੱਥੇ ਆਸ਼ਵਾਸਨ ਦੇਣੇ ਡਿਬੇਟ ਦੇ ਵਿੱਚ ਕਿ ਇਹ ਤੋਂ ਬਾਅਦ ਇਹ ਜਾਂ ਇਨਸੀਡੈਂਟ ਨਹੀਂ ਦੁਹਰਾਊਗਾ, ਇਫ ਆਮ ਆਦਮੀ ਪਾਰਟੀ ਰੀਅਲੀ ਮੀਨਸ ਵਾਟ ਇਟ ਸੇਜ਼। ਤੀਜਾ ਦੇਖੋ ਕਿ SGPC ਦੇ ਪ੍ਰਧਾਨ ਸਾਹਿਬ HS ਧਾਮੀ ਸਾਹਿਬ ਨੇ ਗੱਲ ਕਹੀ ਹੈ ਕਿ ਸਰਕਾਰ ਦਾ ਬਹੁਤ ਵੱਡਾ ਫੇਲਿਅਰ ਹੈ ਤੇ ਅਸੀਂ ਟਾਸਕ ਫੋਰਸ ਨੂੰ ਸਟਰੈਂਥਨ ਕਰਾਂਗੇ। ਇਹ ਗੱਲਾਂ ਕਦੋਂ ਕਹਿਣੀਆਂ ਪੈਂਦੀਆਂ? ਜਦੋਂ ਸਰਕਾਰ ਦੇ ਵਿੱਚ ਭਰੋਸਾ ਉੱਠ ਜੇ। ਸਭ ਦਾ ਉੱਠਿਆ, ਪਾਰਟੀਜ਼ ਦਾ, ਲੋਕਾਂ ਦਾ, SGPC ਦਾ, ਹੋਰ ਸਭ ਦਾ। ਤੇ ਆਮ ਆਦਮੀ ਪਾਰਟੀ ਇੰਸਟੈਡ ਆਫ ਡੂਇੰਗ ਐਨੀਥਿੰਗ, ਇੱਥੇ ਜਦੋਂ ਸਵਾਲ ਕਰਦੇ ਵੀ ਟਾਈਮ ਬਾਉਂਡ ਕਿਉਂ ਨਹੀਂ ਕਰਨਾ, ਉਹਦਾ ਕੋਈ ਜਵਾਬ ਨਹੀਂ। ਹੁਣ ਕਰ ਦੋ, ਉਹਦਾ ਕੋਈ ਜਵਾਬ ਨਹੀਂ। ਘਰ ਦੇ ਅੰਦਰ ਤਾਂ ਟਾਸਕ ਫੋਰਸ ਦੇ ਕੋਲ ਹੀ ਜ਼ਿੰਮੇਵਾਰੀ ਹੋਏਗੀ ਨਾ, ਉਹ ਤਾਂ ਬਾਅਦ ਦੇ ਵਿੱਚ ਉਹਨਾਂ ਨੇ ਫੜ ਲਿਆ, ਫਿਰ ਪੁਲਿਸ ਨੂੰ ਹੈਂਡਓਵਰ ਕਰਨਾ ਹੀ ਸੀ।
ਨਹੀਂ ਮੈਂ ਕਹਿੰਦਾ ਜੇ ਪਹਿਲੇ ਦਫਾ ਜਦੋਂ ਪਹਿਲਾ ਬਲਾਸਟ ਹੋਇਆ ਗੌਰਵ ਜੀ ਉਦੋਂ ਇਹਨਾਂ ਨੇ ਕੀ ਕਿਹਾ ਲੋ ਇੰਟੈਂਸਿਟੀ ਸੀ ਜੀ, ਬਹੁਤ ਛੋਟੀ ਚੀਜ਼ ਸੀ, ਉਹਨੂੰ ਸੀਰੀਅਸਲੀ ਲੈਂਦੇ, ਉਹਨੂੰ ਵਿਦ ਸੰਜੀਦਾ ਤੌਰ ਤੇ ਟ੍ਰੀਟ ਕਰਦੇ, ਵਿਜੀਲੈਂਟ ਹੁੰਦੇ, ਸਤਰਕਤਾ ਵਰਤਦੇ ਤੇ ਸ਼ਾਇਦ ਦੂਜੇ ਤੇ ਤੀਜੇ ਬਲਾਸਟ ਦੀ ਨੌਬਤ ਹੀ ਨਾ ਆਉਂਦੀ। ਤਾਂ ਅਸੀਂ ਕਹਿੰਦੇ ਕਿ ਆਮ ਆਦਮੀ ਪਾਰਟੀ ਨੂੰ ਅਜੇ ਤਜਰਬੇ ਦੀ ਲੋੜ ਹੈ। ਦਿੱਲੀ ਦੇ ਵਿੱਚ ਵੀ ਲਾਅ ਐਂਡ ਆਰਡਰ ਹੈ ਨਹੀਂ ਤੇ ਪੰਜਾਬ ਦੇ ਵਿੱਚ ਹੋਣ ਦੇ ਬਾਵਜੂਦ ਵੀ ਕਰਦੇ ਕੁਝ ਨਹੀਂ ਹੈ। ਅਗਲਾ ਇਹ ਹੈ ਕਿ ਰਿਸਪੌਂਸਿਬਿਲਿਟੀ ਜਿਹੜੀ ਸਟੇਟ ਦੀ ਹੁੰਦੀ ਨਾ ਉਹ ਸਰਕਾਰ ਦੇ ਮੋਢਿਆਂ ਤੇ ਹੁੰਦੀ ਹੈ ਤੇ ਆਮ ਆਦਮੀ ਪਾਰਟੀ ਦੇ ਮੋਢੇ ਬੜੇ ਕਮਜ਼ੋਰ ਹੋ ਚੁੱਕੇ ਜੋ ਇਹ ਭਾਰ ਝੱਲ ਨਹੀਂ ਪਾ ਰਹੇ ਹੈ। ਇਹਨਾਂ ਨੂੰ ਇੱਕ ਸਿੰਪਲ ਚੀਜ਼ ਸਮਝਣ ਦੀ ਲੋੜ ਹੈ ਕਿ ਸੇਫਟੀ ਤੇ ਸਿਕਿਉਰਿਟੀ, ਪੰਜਾਬ ਦੇ ਸੂਬੇ ਨੂੰ ਤੇ ਪੰਜਾਬ ਦੇ ਸਬਜੈਕਟਸ ਨੂੰ ਮਹਿਫੂਜ਼ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ ਤੇ ਕਿਵੇਂ ਵੀ ਰੱਖੋ। ਆਮ ਆਦਮੀ ਪਾਰਟੀ ਉਹ ਜ਼ਿੰਮੇਵਾਰੀ ਨੂੰ ਸਮਝਣ ਲਈ ਤੇ ਚੱਕਣ ਲਈ ਤਿਆਰ ਹੀ ਨਹੀਂ ਹੋ ਰਹੀ ਕਿਉਂਕਿ ਇਹਨਾਂ ਦੀ ਪ੍ਰਾਇੋਰਟੀ ਹੈ ਇਲੈਕਸ਼ਨਸ, ਇਹਨਾਂ ਦੀ ਪ੍ਰਾਇੋਰਟੀ ਹੈ ਐਡਵਰਟਾਈਜ਼ਿੰਗ, ਪ੍ਰਾਇੋਰਟੀ ਹੈ ਮਾਰਕੀਟਿੰਗ। ਇਧਰ ਥੋੜਾ ਧਿਆਨ ਦੇਣ ਤਾਂ ਕੋਈ ਐਕਸ਼ਨ ਹੋਵੇ। ਦੂਜਾ ਆਮ ਆਦਮੀ ਪਾਰਟੀ ਕਹ ਰਹੀ ਹੈ ਜੀ ਰੌਲਾ ਪਾ ਰਹੀਆਂ ਪੋਲੀਟੀਕਲ ਪਾਰਟੀਆਂ। ਮੈਂ ਕਹਿੰਦਾ ਗਰੇਵਾਲ ਸਾਹਿਬ ਇਨਸੀਡੈਂਟ ਨਾ ਹੋਣ ਦਿਓ, ਰੌਲਾ ਪਾਉਣ ਦਾ ਮੌਕਾ ਹੀ ਨਹੀਂ ਮਿਲੂਗਾ। ਤੁਸੀਂ ਸੀਰੀਅਸ ਤਾਂ ਹੋ ਤੇ ਹਜੇ ਵੀ ਗੌਰਵ ਜੀ ਇਹਨਾਂ ਨੇ ਇੱਕ ਗੱਲ ਦਾ ਜਵਾਬ ਨਹੀਂ ਦਿੱਤਾ। ਦੋ ਚੀਜ਼ਾਂ, ਇੱਥੇ ਆਸ਼ਵਾਸਨ ਦੇਣ ਕਿ ਇਹ ਤਾਂ ਇਨਸੀਡੈਂਟ ਦੁਹਰਾਊਗਾ ਨਹੀਂ। ਦੂਜਾ ਪਹਿਲਾਂ ਨਹੀਂ ਆਰਡਰ ਕੀਤੀ ਟਾਈਮ ਬਾਉਂਡ ਇਨਕੁਆਇਰੀ, ਦੂਜੀ ਵਾਰੀ ਨਹੀਂ ਕੀਤੀ, ਹੁਣ ਤੀਜੀ ਵਾਰੀ ਤਾਂ ਕਰ ਦਿਓ। ਕੀ ਚੀਜ਼ ਰੋਕ ਰਹੀ ਹੈ ਤੁਹਾਨੂੰ ਦੱਸ ਦਿਓ ਸਾਨੂੰ। ਮਤਲਬ ਤੁਹਾਨੂੰ ਲੱਗਦਾ ਕਿ ਟਾਈਮ ਬਾਉਂਡ ਕਿਸੇ ਵੀ ਚੀਜ਼ ਦੀ ਇਨਕੁਆਇਰੀ ਹੋ ਸਕਦੀ ਹੈ? ਬਿਲਕੁਲ ਹੋ ਸਕਦੀ ਹੈ 100%। ਗਰੇਵਾਲ ਸਾਹਿਬ ਛੋਟਾ ਜਿਹਾ ਰਿਐਕਸ਼ਨ, ਮੈਂ ਚੰਨੀ ਜੀ ਤੁਹਾਡੇ ਕੋਲ ਆ ਰਹੇ। ਗਰੇਵਾਲ ਛੋਟਾ ਜਿਹਾ ਰਿਐਕਸ਼ਨ ਨਹੀਂ ਹੈ ਸਰ। ਪਹਿਲੀ ਗੱਲ ਬਿਲਕੁਲ ਕਿਹਾ ਆਸ਼ਵਾਸਨ ਦਿੰਨੇ ਆ ਪੰਜਾਬੀਆਂ ਨੂੰ ਕਿ ਇਹ ਨਹੀਂ ਹੋਣ ਦੇਵਾਂਗੇ, ਪਰ ਇਹ ਆਸ਼ਵਾਸਨ ਕਿਵੇਂ ਦਈਏ ਕਿ ਜਿਹੜੀ ਰਾਜਨੀਤੀ ਤੁਸੀਂ ਪਿਛਲੇ ਇੰਨੇ ਸਾਲਾਂ ਤੋਂ ਕਰ ਰਹੇ ਹੋ ਤੁਸੀਂ ਨਹੀਂ ਕਰੋਗੇ। ਆਸ਼ਵਾਸਨ ਮੂੰਹ ਤੋਂ ਦਿਓ ਨਾ ਜੀ। ਧਰਮ ਦੀ ਮੌਤ ਹੀ ਨਾ, ਮੈਨੂੰ ਬੋਲਣ ਦਿਓ ਸਰ, ਮੈਨੂੰ ਬੋਲਣ ਦਿਓ ਪਲੀਜ਼। ਜਿਹੜੀ ਰਾਜਨੀਤੀ ਇੰਨੀ ਦੇਰ ਤੋਂ ਹੋ ਰਹੀ ਹੈ ਨਾ ਪੰਜਾਬ 'ਚ, ਬੰਬ ਬਲਾਸਟ ਕਰਾ ਲਓ, ਬੇਅਦਬੀਆਂ ਕਰਾ ਲਓ, ਮਾੜਾ ਮੋਟਾ ਰੌਲਾ ਪਵਾ ਲਓ, ਇਹ ਆਸ਼ਵਾਸਨ ਅਸੀਂ ਤਾਂ ਦਿੰਨੇ ਆ। ਐਂਡ ਇੱਕ ਗੱਲ ਹੈ ਟਾਈਮ ਬਾਉਂਡ ਤਰੀਕੇ ਦਾ ਗੌਰਵ ਜੀ ਇਹ ਵਾਅਦਾ ਕਰਦੇ ਆ ਕੱਲੇ ਨੂੰ ਐਕਸਪੋਜ਼ ਕਰਾਂਗੇ, ਸਾਨੂੰ ਦਿਓ ਤੁਸੀਂ ਸਾਲ ਖੰਡ। ਇਹਨਾਂ ਚੋਂ ਕੱਲਾ ਜਿਹੜਾ ਇਸ ਕੰਮ 'ਚ ਇਨਵੋਲਵਡ ਹੈ ਨਾ ਉਹੀ ਦੱਸ, ਮੈਂ ਸਾਲ ਹੀ ਕਿਹਾ, ਸਾਲ ਖੰਡ। ਅੱਛਾ ਸਾਲ ਚਾਹੀਦਾ ਇਨਕੁਆਇਰੀ ਕਰਾਉਣ ਦੇ ਵਿੱਚ? ਸਾਲ ਦੇ ਵਿੱਚ ਇਨਕੁਆਇਰੀ ਮੁਕੰਮਲ ਕਰੋਗੇ ਗਰੇਵਾਲ ਸਾਹਿਬ? ਦਿਨਾਂ ਦਾ ਟਾਈਮ ਦੇਈਦਾ ਹੁੰਦਾ ਹੈ ਤਾਂ ਹੀ ਤਾਂ ਕਹਿੰਦੇ ਵੀ ਐਕਸਪੀਰੀਅੰਸ ਸਰਕਾਰ ਹੈ। ਬੋਲਦਾ ਸਰ, ਮੈਂ ਮਾਲਿਕ ਬੋਲਦਾ, ਮੈਂ ਬੋਲਦਾ। ਥੈਂਕ ਯੂ ਸੋ ਮਚ। ਬੋਲੋ ਪਰ ਇਹ ਦੱਸ ਦਿਓ ਕਿੰਨੇ ਟਾਈਮ ਚਲੋ ਇੱਕ ਇੱਕ ਕਰਕੇ ਕੰਪਲੀਟ ਕਰ ਲੈ। ਮੈਂ ਸਾਲ ਕਿਹਾ, ਹੁਣ ਬਾਕੀ ਤੇ ਚਾਨਣਾ ਪਾਦਾ। ਮੈਂ ਇਹ ਕਹਿ ਰਿਹਾ ਕਿ ਸਾਲ ਦੇ ਵਿੱਚ ਜੋ ਕੋਈ ਵੀ ਪੰਜਾਬ 'ਚ ਧਰਮ ਦੇ ਨਾਂ ਤੇ ਇਹ ਫੁੱਟਾਂ ਪਾ ਰਿਹਾ, ਜੋ ਕੋਈ ਵੀ ਪੰਜਾਬ 'ਚ ਇਹ ਸ਼ਰਾਰਤਾਂ ਕਰ ਰਿਹਾ, ਕਿਸੇ ਵੀ ਪੋਲੀਟੀਕਲ ਡਿਸਪੈਂਸੇਸ਼ਨ ਦਾ ਹੋਵੇ, ਠੀਕ ਹੈ, ਫਿਰ ਸਜ਼ਾ ਦਿਓ ਨਾ ਜਲਦੀ। ਮਤਲਬ ਗੌਰਵ ਜੀ ਇਹਨਾਂ ਨੂੰ ਐ ਪੁੱਛੋ ਪ੍ਰੋਬਲਮ ਕੀ ਹੈ ਕਰਨ ਦੇ ਵਿੱਚ ਨਾ, ਜਲਦੀ ਫੜੇ ਅੰਦਰ ਜਾਣਗੇ, ਸਾਰੇ ਫੜੇ ਜਾਣਗੇ ਤੇ ਕਨਸਪੀਰੇਸੀ ਫੋਇਲ ਹੋ ਜਾਊਗੀ। ਤੁਸੀਂ ਕਰੋ ਨਾ। ਮੈਂ ਥੋੜਾ ਹੋਰ ਪ੍ਰੈਕਟੀਕਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਕਿ ਵਾਕਈ ਇਸ ਤਰੀਕੇ ਨਾਲ ਪੋਸਿਬਿਲਿਟੀ ਹੁੰਦੀ ਹੈ ਕਿ ਹਫਤੇ 2 ਹਫਤੇ 10 ਦਿਨਾਂ ਦੇ ਵਿੱਚ ਜਾਂ 2 ਮਹੀਨਿਆਂ ਦੇ ਵਿੱਚ ਕਿਸੇ ਇਨਕੁਆਇਰੀ ਨੂੰ ਖਤਮ ਕਰ ਦਿੱਤਾ ਜਾਵੇ। ਮੈਂ ਚੰਨੀ ਦਾ ਰੁਕ ਕਰਦਾ। ਚੰਨੀ ਜੀ ਦੇਖੋ, ਤੁਸੀਂ ਐਡਮਿਨਿਸਟ੍ਰੇਸ਼ਨ ਨੂੰ ਬਹੁਤ ਨੇੜੇ ਤੋਂ ਦੇਖਿਆ ਹੈ। ਜਦੋਂ ਇਨਕੁਆਇਰੀਜ਼ ਹੁੰਦੀਆਂ ਨੇ ਕਿ ਵਾਕਈ ਇਹ ਪੋਸਿਬਿਲਿਟੀ ਹੁੰਦੀ ਹੈ ਕਿ ਅਗਲੇ 1 ਮਹੀਨੇ ਦੇ ਵਿੱਚ ਕਨਕਲੂਡ ਕਰ ਦਿੱਤਾ ਜਾਵੇ। ਆਮ ਤੌਰ ਤੇ ਜਿੰਨਾ ਕੁ ਅਸੀਂ ਪਿਛਲੇ ਸਮੇਂ 'ਚ ਦੇਖਿਆ, ਜੇ ਕਿਸੇ SIT ਨੂੰ 2 ਮਹੀਨੇ ਦਾ ਸਮਾਂ ਵੀ ਦੇ ਦਿੱਤਾ ਤਾਂ 2 ਮਹੀਨੇ ਬਾਅਦ ਉਹ ਜਾ ਕੇ ਫਿਰ ਕਹਿੰਦੇ ਨੇ ਕਿ ਸਾਨੂੰ ਮਹੀਨਾ ਦੇ ਦਿਓ ਜੀ, ਫਿਰ ਕਹਿੰਦੇ ਨੇ ਸਾਨੂੰ 15 ਦਿਨ ਹੋਰ ਦੇ ਦਿਓ। ਤਾਂ ਇਸ ਤਰੀਕੇ ਨਾਲ ਗੱਲਾਂ ਹੁੰਦੀਆਂ ਰਹਿੰਦੀਆਂ, ਚੱਲਦੀਆਂ ਰਹਿੰਦੀਆਂ। ਗੌਰਵ ਗੱਲ ਇਹ ਹੈਗੀ ਹੈ ਕਿ ਦੇਖੋ ਜਿਹੜੀ ਕੋਈ ਵੀ ਟਾਈਮ ਬਾਉਂਡ ਜਦੋਂ ਅਸੀਂ ਕਰਦੇ, ਹੁਣ ਆਪਾਂ ਇੱਕ ਟ੍ਰਾਇਲ ਹੁੰਦਾ ਉਹਦੇ ਵਿੱਚ 10 ਸਾਲ 20 ਸਾਲ 30 ਸਾਲ ਲੋਕਾਂ ਨੂੰ ਲੱਗ ਜਾਂਦੇ, ਚੱਲੀ ਜਾਂਦਾ। ਬਿਲਕੁਲ। ਫਿਰ ਆਨਰੇਬਲ ਹਾਈ ਕੋਰਟ ਜਾਂ ਆਨਰੇਬਲ ਸੁਪਰੀਮ ਕੋਰਟ ਕਹਿੰਦੀ ਹੈ ਕਿ ਇਸ ਕੇਸ ਦੀ ਡੇ ਟੂ ਡੇ ਬੇਸਿਸ ਤੇ ਹੀਅਰਿੰਗ ਕਰੋ ਔਰ ਇੰਨੀ ਦੇਰ ਦੇ ਵਿੱਚ ਟ੍ਰਾਇਲ ਜਿਹੜਾ ਹੈਗਾ ਮੁਕਾਓ। ਤੇ ਜਿਹੜੇ ਗਵਾਹ ਉਹਨਾਂ ਨੂੰ ਵੀ ਟਾਈਮ ਬਾਉਂਡ ਤੇ ਡੇਟ ਬਾਉਂਡ ਹੁੰਦਾ ਤੇ ਜਿਹੜੇ ਪ੍ਰੋਸੀਕਿਊਸ਼ਨ ਹੈ ਉਹਨਾਂ ਨੂੰ ਵੀ ਹੁੰਦਾ ਤੇ ਡਿਫੈਂਸ ਨੂੰ ਵੀ। ਇਹ ਨਹੀਂ ਗੱਲ ਹੋ ਨਹੀਂ ਸਕਦੀ। ਗੱਲ ਇਹ ਹੈਗੀ ਹੈ ਕਿ ਤੁਹਾਡੀ ਪ੍ਰਾਇੋਰਟੀ ਕੀ ਹੈ 1 ਨੰਬਰ, ਤੇ ਤੁਹਾਡੇ 'ਚ ਕੌਨਫੀਡੈਂਸ ਕਿੰਨਾ ਹੈ ਕਿ ਤੁਸੀਂ ਕੀ ਕਰ ਸਕਦੇ ਆ, ਤੇ ਤੁਹਾਡੇ ਕੋਲੇ ਕਿੰਨੀ ਇੰਟੈਲੀਜੈਂਸ ਹੈ ਤੇ ਕਿੰਨਾ ਅਖਤਿਆਰ ਹੈ ਕਿ ਤੁਸੀਂ ਉਹਦੀ ਤਹਿ ਤੱਕ ਜਾ ਸਕਦੇ। ਜੇ ਤੁਹਾਨੂੰ ਇਹ ਪਤਾ ਵੀ ਮੈਂ ਤਹਿ ਤੱਕ ਜਾ ਹੀ ਨਹੀਂ ਸਕਦਾ, ਜਾਂ ਸਾਡੇ ਕੋਲੇ ਰਿਸੋਰਸਸ ਨਹੀਂ ਹੈ, ਇੰਟੈਲੀਜੈਂਸ ਨਹੀਂ ਹੈਗੀ, ਜਾਂ ਜਿਹੜਾ ਜੋ ਵੀ ਸਾਨੂੰ ਚਾਹੀਦਾ ਹੈਗਾ, ਤੇ ਫਿਰ ਤੁਸੀਂ ਉਸ ਤੋਂ ਟਾਲਾ ਕਰੋਗੇ। ਪਰ ਜਿਹੜੀ ਗੱਲ ਅਸਲੀ ਗੱਲ ਹੈਗੀ ਹੈ ਕਿ ਇਹ 14 ਮਹੀਨੇ ਹੋ ਗਏ ਇਹੀ ਕਹਿੰਦੇ ਉਹਨੂੰ ਬਖਸ਼ਾਂਗੇ ਨਹੀਂ, ਬਖਸ਼ੇ ਨਹੀਂ ਜਾਣਗੇ, ਆ ਕਰ ਦਾਂਗੇ, ਉਹ ਕਰ ਦਾਂਗੇ। ਅੱਛਾ ਚਲੋ ਇੱਕ ਛੋਟਾ ਜਿਹਾ ਸਵਾਲ, ਉਸ ਤੋਂ ਬਾਅਦ ਮੈਂ ਜਵਾਬ ਲੈਣਾ। ਚੰਨੀ ਬਹੁਤ ਛੋਟਾ ਜਿਹਾ ਸਵਾਲ ਇਹ ਕਿ ਜੇ 6 ਦਿਨਾਂ ਦੇ ਵਿੱਚ 3 ਧਮਾਕਿਆਂ ਦੇ ਮਾਮਲੇ 'ਚ 5 ਮੁਲਜ਼ਮ ਗ੍ਰਿਫਤਾਰ ਕਰ ਲਏ ਗਏ ਤਾਂ ਤੁਹਾਨੂੰ ਲੱਗਦਾ ਕਿ ਗੱਡੀ ਟਰੈਕ ਤੇ ਹੈ ਇਨਵੈਸਟੀਗੇਸ਼ਨ ਵਾਲੀ? ਦੇਖੋ ਮੈਂ ਉਹੀ ਗੱਲ ਕਰਦਾ, ਦੇਖੋ ਜਿਸ ਤਰ੍ਹਾਂ ਆਪਾਂ ਕਹਿੰਦੇ ਜੇ ਪਹਿਲਾ ਧਮਾਕਾ ਇਹਨਾਂ ਨੇ ਕਿਹਾ ਵੀ ਕੁਝ ਨਹੀਂ, ਦੂਜੇ ਤੇ ਬੋਲੇ ਹੀ ਨਹੀਂ, ਤੀਜੇ ਤੇ ਹੁਣ ਇਹਨਾਂ ਦੇ ਹੱਥ ਖੜੇ ਹੋ ਗਏ ਵੀ ਕੁਝ ਕਰਨਾ ਪਏਗਾ। ਠੀਕ ਹੈ, ਬੰਦੇ 5 ਫੜ ਲਏ, ਪਰ ਮੈਂ ਬਾਰ-ਬਾਰ ਕਹਿੰਦਾ ਉਹ 5 ਬੰਦੇ ਅਸਲੀ ਤਾਕਤ ਨਹੀਂ ਹੈ, ਉਹ ਕਿਸੇ ਦੇ ਮੋਹਰੇ। ਔਰ ਸਾਨੂੰ ਤੁਸੀਂ ਦੇਖੋ, ਹੋਰ ਦੇਖੋ, ਉਹ ਚਾਹੇ ਮੈਂ ਕੁਝ ਵੀ ਹੋਣ,
ਉਹ ਸਾਡੀ ਜਿਹੜੀ ਕਮਿਊਨਲ ਹਾਰਮਨੀ ਹੈ, ਜਿਹੜਾ ਸਾਡਾ ਭਾਈਚਾਰਾ ਹੈਗਾ ਜਾਂ ਸਾਡੀ ਜਿਹੜੀ ਸ਼ਾਖ ਹੈਗੀ ਹੈ ਸਾਰੀ ਦੁਨੀਆ ਦੇ ਵਿੱਚ, ਖਾਸ ਕਰਕੇ ਦਰਬਾਰ ਸਾਹਿਬ ਦੀ, ਉਹਨੂੰ ਕਿੱਡੀ ਵੱਡੀ ਹਿੱਟ ਦੇ ਰਹੇ ਨੇ, ਕਿੱਡਾ ਵੱਡਾ ਉਹ ਤੇ ਕੁਐਸਚਨ ਮਾਰਕ ਲਾ ਰਹੇ ਨੇ। ਕੱਲ ਨੂੰ ਤਾਂ ਲੋਕ ਐਡਵਾਈਜ਼ਰੀਆਂ ਸ਼ੁਰੂ ਕਰ ਦੇਣਗੇ ਬਾਹਰਲੇ ਮੁਲਕ ਵੀ ਅੰਮ੍ਰਿਤਸਰ ਦੀ। ਚਲੋ ਸਮਾਂ ਬਹੁਤ ਪੂਰਾ ਆਪਾਂ ਜਵਾਬ ਲੈ ਲਈਏ। ਮੈਂ ਸਿਆਲਕੇ ਜੀ ਦਾ ਰੁਖ ਕਰਨਾ, ਪਰ ਉਸ ਤੋਂ ਪਹਿਲਾਂ ਗਰੇਵਾਲ ਸਾਹਿਬ ਬਹੁਤ ਛੋਟੀ ਸਟੇਟਮੈਂਟ ਰੱਖਿਓ ਪਲੀਜ਼। ਜੀ ਸਰ, ਕਮਿਊਨਲ ਹਾਰਮਨੀ ਦੀ ਸਾਖ ਵਿਗਾੜ ਰਹੀ, ਤਾਂ ਹੀ ਤਾਂ ਕੱਲ ਹੀ ਭਾਜਪਾ ਨੇ ਇਕੱਠੇ ਹੋਣਾ, ਪਹਿਲੀ ਗੱਲ। ਦੂਜੀ ਗੱਲ, ਇਨਐਕਸਪੀਰੀਅੰਸ ਦੀ ਤੁਸੀਂ ਗੱਲ ਕਰਦੇ ਹੋ ਸਰ, ਮੈਂ ਇੱਕ ਵਾਅਦਾ ਕਰਦਾ, 92 ਬੰਦੇ ਤਾਂ ਦਿੱਤੇ ਗਏ ਨੇ ਕਿ ਤੁਸੀਂ ਕੁਝ ਕਰੋ। ਮੈਂ ਬੋਲਾਂ, ਤੁਸੀਂ ਪਿਛਲੇ ਸਰਕਾਰਾਂ ਨੂੰ ਭੰਡ ਕੇ ਸਰ, ਮੈਂ 5 ਸਾਲ ਪਾਲੋਗੇ। ਮੈਂ ਬੋਲਾਂ ਪਲੀਜ਼ ਸਰ, ਮੈਂ ਬੋਲ ਸਰ ਸਰ ਪਲੀਜ਼, ਤੁਸੀਂ ਬਹੁਤ ਸਰ, ਮੈਂ ਬੋਲਾਂ। ਚਲੋ ਇੱਕ ਕਰਕੇ ਸਰ, ਇੱਕ ਕਰਕੇ। ਐਕਚੁਅਲੀ ਤੁਸੀਂ ਦੋਵੇਂ ਸਕਾਈਪ ਤੋਂ ਜੁੜੇ ਹੋਏ ਹੋ, ਇਕੱਠੇ ਬੋਲੋਗੇ ਤਾਂ ਆਵਾਜ਼ ਲੋਕਾਂ ਤੱਕ ਨਹੀਂ ਪਹੁੰਚੇਗੀ। ਕਰ ਲਓ ਗਰੇਵਾਲ ਸਾਹਿਬ, ਕੰਪਲੀਟ ਕਰ ਲਓ। ਬੋਲ ਲੈਣਾ ਥੈਂਕ ਯੂ। ਜਦੋਂ ਅੱਠਾਂ ਤੇ ਐਨਐਸਏ ਲੱਗੀ, ਤਰਾਹੀਮਾਮ ਇਹਨਾਂ ਸਭ ਨੇ ਕੀਤੀ, ਪਹਿਲੀ ਗੱਲ। ਦੂਜੀ ਗੱਲ, ਜਦੋਂ ਵਿਚਾਰੇ ਪੁਲਵਾਮਾ ਚ ਮਰੇ ਨਾ ਸਾਡੇ ਸ਼ਹੀਦ ਹੋਏ, ਬਹੁਤ ਦਰਦ ਹੋਇਆ ਸਰ, ਬਹੁਤ ਦਰਦ ਹੋਇਆ। 44 ਮਰੇ ਭੰਗ ਦੇ ਪਾਣੇ, ਉੱਥੇ ਤਾਂ ਕੋਈ ਲੋੜ ਹੀ ਨਹੀਂ ਸੀ। ਜਿਹੜੇ ਵਿਚਾਰੇ ਪੁੰਛ ਚੋਂ 5 ਆਏ ਨੇ, ਬਹੁਤ ਦਰਦ ਹੋਇਆ। ਉਹਨਾਂ ਕੋਲ ਸਰ ਨਾਈਟ ਵਿਜ਼ਨ ਨਹੀਂ ਸੀ ਸਰ, ਨਾਈਟ ਵਿਜ਼ਨ ਗੋਗਲਸ ਨਹੀਂ ਸੀ ਉਹ ਵਿਚਾਰਿਆਂ ਕੋਲ, ਜਿਹੜੇ ਆਪਣੇ 5 ਸ਼ਹੀਦ ਹੋ ਕੇ ਆਏ ਨਾ, ਇਹ ਘਾਟ ਨਿਕਲੀ ਹੈ। ਸੋ ਹਾਂ, ਯੈਸ, ਕਮੀਆਂ ਨੇ ਸਿਕਿਉਰਿਟੀ ਇਨਫਰਾਸਟ੍ਰਕਚਰ, ਕਮੀਆਂ ਨੇ, ਪਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਪਹਿਲੀ ਗੱਲ ਵਚਨਬੱਧ ਹੈ। ਦੂਜੀ ਗੱਲ, ਇੱਕ ਵਾਅਦਾ ਕਰਦੇ ਆ ਸਰ, ਟਾਈਮ ਬਾਉਂਡ ਤਰੀਕੇ ਨਾਲ ਆਹ ਕੋਡ ਤਾਂ ਕੱਢਾਂਗੇ। ਜਿਹੜਾ ਪੰਜਾਬ 'ਚ ਕੋਡ ਪਾਇਆ ਨਾ, ਸਾਡਾ ਭਾਈਚਾਰਾ ਖਰਾਬ ਕਰਨ ਨੂੰ ਬੰਬ ਬਲਾਸਟ, ਸਾਡਾ ਭਾਈਚਾਰਾ ਖਰਾਬ ਕਰਨ ਨੂੰ ਬੇਅਦਬੀ, ਆਹ ਜਿਹੜਾ ਕੋਡ ਹੈ ਇਹ ਕੱਢਾਂਗੇ। ਐਂਡ ਇਹਨਾਂ ਨੂੰ ਬਹੁਤ ਖਤਰਾ ਹੋ ਰਿਹਾ, ਇਹਨਾਂ ਨੇ ਇਕੱਠੇ ਹੋਣਾ। ਇੱਕ ਭੂਮਿਕਾ ਤਾਂ ਬੀਜੇਪੀ ਨੇ ਬਣਾਉਣੀ ਹੈ। ਕਿੰਨਾ ਟਾਈਮ ਤਾਂ ਬੋਲੋ, ਹਵਾਈ ਗੱਲ ਨਾ ਕਰੋ। ਕੋਡ ਕੱਢ ਕੇ ਮਾਰਾਂਗੇ। ਹਵਾਈ ਗੱਲਾਂ ਨਾ ਗਰੇਵਾਲ ਸਾਹਿਬ ਕਰਿਆ ਕਰੋ। ਚਲੋ ਵੇਟ ਕਰੋ ਇੱਕ ਵਾਰੀ, ਮੈਂ ਛੋਟਾ ਰਿਐਕਸ਼ਨ ਲਵਾਂਗਾ, ਸਮਾਂ ਖਤਮ ਹੋ ਰਿਹਾ ਸਾਡੇ ਕੋਲ। ਗਰੇਵਾਲ ਸਾਹਿਬ, ਤੁਹਾਡੀ ਗੱਲ ਆ ਗਈ ਸਰ। ਲੋਕਾਂ ਤੱਕ ਜਿਹੜਾ ਤੁਸੀਂ ਭਰੋਸਾ ਦੇਣ ਦੀ ਕੋਸ਼ਿਸ਼ ਕਰ ਰਹੇ ਹੋ, ਉਮੀਦ ਹੈ ਪਹੁੰਚਿਆ ਹੋਏਗਾ। ਮੈਂ ਸਿਆਲਕਾ ਜੀ ਦਾ ਰੁਖ ਕਰਦਾ ਸਰ। ਹਵਾਈ ਗੱਲ ਹੈ, ਕਹ ਰਹੇ ਟਾਈਮ ਬਾਉਂਡ ਕਰਾਂਗੇ, ਟਾਈਮ ਦੱਸ ਨਹੀਂ ਰਹੇ। ਹਵਾਈ ਗੱਲਾਂ ਕਰਦੇ ਆ। ਸਾਹਿਬ ਤੁਹਾਡਾ ਰਿਐਕਸ਼ਨ ਲਵਾਂਗਾ, ਇੱਕ ਛੋਟਾ ਜਿਹਾ ਰਿਐਕਸ਼ਨ ਜ਼ਰੂਰ ਲਵਾਂਗਾ। ਮੈਂ ਸਿਆਲਕਾ ਜੀ ਦਾ ਰੁਖ ਕਰ ਲਵਾਂ। ਕੋਡ ਕੱਢ ਦੇਣਾ, ਆ ਕੋਡ ਕੱਢ ਦੇਣਾ, ਤੁਸੀਂ ਕੋਡ ਕੱਢਾਂਗੇ। ਗੱਡੀ ਸਿਆਲਕਾ ਜੀ ਗਰੇਵਾਲ ਸਾਹਿਬ, ਮੈਂ ਤੁਹਾਨੂੰ ਬੁਲਾਉਣਾ। ਸਿਆਲਕਾ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ। ਠੀਕ ਹੈ, ਥੋੜੀ ਵੇਟ ਕਰਿਓ ਸਰ, ਟਾਈਮ ਨਾ ਖਰਾਬ ਹੋਵੇ ਜੀ। ਸਿਆਲਕਾ ਸਾਹਿਬ ਦੇਖੋ, ਇੱਕ ਤਾਂ ਐਸਜੀਪੀਸੀ ਦੀ ਟਾਸਕ ਫੋਰਸ ਨੂੰ ਮਜ਼ਬੂਤ ਕਰਨ ਦਾ ਤੁਸੀਂ ਖੁਦ ਜ਼ਿਕਰ ਕਰ ਰਹੇ ਹੋ, ਐਸਜੀਪੀਸੀ ਜ਼ਿਕਰ ਕਰ ਰਹੀ ਹੈ। ਪੁਆਇੰਟ ਨੰਬਰ 2, ਮੈਂ ਬਹੁਤ ਸਿੱਧੇ ਤੌਰ ਦੇ ਉੱਤੇ ਸਵਾਲ ਪੁੱਛਣਾ ਚਾਹੁੰਦਾ ਕਿ ਜਿਨ੍ਹਾਂ ਦੇ ਉੱਤੇ ਐਨਐਸਏ ਲਗਾ ਦਿੱਤਾ ਗਿਆ, ਉਹਨਾਂ ਨੂੰ ਲੀਗਲ ਏਡ ਦੇਣ ਦੀ ਗੱਲ ਹੋ ਰਹੀ ਹੈ, ਪਰ ਉਹ ਮੁਲਜ਼ਮਾਂ ਦਾ ਕੀ ਜਿਨ੍ਹਾਂ ਦੇ ਵੱਲੋਂ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ, ਜਿਨ੍ਹਾਂ ਦੇ ਵੱਲੋਂ ਜੇ ਹੈਰੀਟੇਜ ਸਟਰੀਟ ਦੇ ਵਿੱਚ ਜਾ ਕੇ ਧਮਾਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਤਾਂ ਇਹ ਵੀ ਪੰਜਾਬੀ ਹੋ। ਐਨਐਸਏ ਲਗਾਉਣ ਨੂੰ ਲੈ ਕੇ ਬਹੁਤ ਕਿੰਤੂ ਪਰੰਤੂ ਹੋਏ ਸੀ। ਜੇ ਹੁਣ ਇਹਨਾਂ ਦੇ ਉੱਤੇ ਕੋਈ ਕਰੜੀ ਕਾਰਵਾਈ ਹੁੰਦੀ ਹੈ, 5 ਦੇ ਉੱਤੇ, ਤੁਸੀਂ ਮੰਗ ਕਰਦੇ ਹੋ ਕਿ ਉਸੇ ਤਰੀਕੇ ਨਾਲ ਟ੍ਰੀਟ ਕੀਤਾ ਜਾਵੇ? ਦੇਖੋ, ਇੱਕ ਹੁੰਦਾ ਕੋਈ ਜੁਰਮ ਜਿਹੜਾ ਉਹ ਮਿਥ ਕੇ ਕਰਨਾ, ਇੱਕ ਜੁਰਮ ਹੁੰਦਾ ਜਿਹੜਾ ਜੁਰਮ ਬਣਾ ਦੇਣਾ ਕਿਸੇ ਦੇ ਉੱਤੇ। ਐਨਐਸਏ ਦੇ ਜਿਹੜੀਆਂ ਗਰਾਊਂਡਸ ਆਫ ਐਨਐਸਏ ਨੇ, ਤੁਸੀਂ ਉਹਨਾਂ ਨੂੰ ਵੇਖੋ, ਇਹਨਾਂ ਨੇ ਗਵਰਨਮੈਂਟ ਨੇ ਬਣਾਈਆਂ ਨੇ ਨਾ, ਉਹਦੇ ਤੋਂ ਹੀ ਜਿਹੜਾ ਉਹਨਾਂ ਨੂੰ ਆਪਾਂ ਛੱਡ ਦਈਏ। ਆਵਾਜ਼ ਆ ਰਹੀ ਜੀ ਮੇਰੀ? ਹਾਂਜੀ, ਤੁਹਾਡੀ ਆਵਾਜ਼ ਆ ਰਹੀ ਹੈ। ਮੈਨੂੰ ਆਵਾਜ਼ ਨਹੀਂ ਆ ਰਹੀ? ਜਿਹੜੀ ਆ ਰਹੀ ਹੈ ਜੀ, ਠੀਕ ਹੈ ਜੀ। ਵੇਖੋ, ਜਿਹੜੀਆਂ ਨਾ ਐਨਐਸਏ ਦੀਆਂ ਗਰਾਊਂਡਸ, ਉਹਨਾਂ ਗਰਾਊਂਡਸ ਨੂੰ ਜਿਹੜਾ ਤੁਸੀਂ ਵੇਖੋਗੇ ਤੇ ਉਹਦੇ ਵਿੱਚ ਸਿੰਪਲ 3-4 FIR ਜਿਹੜੀਆਂ ਨੇ, ਜਿਹੜੀਆਂ ਸਵਾਏ 307 ਵਾਲੀ ਨੂੰ ਛੱਡ ਕੇ, ਉਹਦੇ ਲਈ ਇੱਕ ਮਾਹੌਲ ਪ੍ਰੋਵਾਈਡ ਕੀਤਾ ਗਿਆ, ਇੱਕ ਟਰੈਪ ਲਾਇਆ ਗਿਆ। ਐਨਐਸਏ ਦੇ ਜਿਹੜੀ ਪੈਰਵਾਈ ਕਰਨੀ, ਉਹ ਵੇਖੋ ਸਿੰਘ ਸਾਹਿਬ ਜੀ ਨੇ ਜਿਹੜੇ ਆ, ਉਹਨਾਂ ਨੇ ਹਮੇਸ਼ਾ ਜਿਹੜੀ ਮੌਜੂਦਾ ਲੀਡਰਸ਼ਿਪ ਹੁੰਦੀ ਹੈ ਨਾ, ਭਾਵੇਂ ਧਾਰਮਿਕ ਲੀਡਰਸ਼ਿਪ ਹੋਵੇ, ਭਾਵੇਂ ਸਿਆਸੀ ਲੀਡਰਸ਼ਿਪ ਹੋਵੇ, ਉਹ ਜਿਹੜੀ ਆ ਉਹ ਆਉਣ ਵਾਲੇ ਸਮੇਂ ਦੀ ਜੇ ਫੋਰਸਾਈਟ ਨਾਲ ਨਹੀਂ ਵੇਖਦੀ ਤੇ ਉਹ ਜਿਹੜਾ ਉਹਦੇ ਹਾਲਾਤ ਵਿਗੜ ਸਕਦੇ ਨੇ। ਐਨਐਸਏ ਜਿਹੜਾ ਇੱਕ ਬਹਾਨਾ ਬਣਾਇਆ ਗਿਆ ਪੰਜਾਬ ਦੇ ਵਿੱਚ, ਕੋਈ ਜਿਹੇ ਹਾਲਾਤ ਨਹੀਂ, ਕਦੀ ਪੰਜਾਬ ਦੇ ਕੋਈ ਭਾਈਚਾਰਕ ਸਾਂਝ ਨੂੰ, ਕਦੀ ਕੋਈ ਧਰਮਾਂ ਦੇ ਵਿੱਚ, ਫਿਰਕਿਆਂ ਦੇ ਵਿੱਚ, ਈਵਨ ਕਦੀ ਪੰਜਾਬ ਦੇ ਵਿੱਚ ਕਦੀ ਪੋਲ ਵਾਇਲੈਂਸ ਨਹੀਂ ਹੋਈ। ਤੇ ਉਹ ਪੰਜਾਬ ਨੂੰ ਇੱਕ ਬਿਜ਼ਨਸ ਬਣਾ ਕੇ ਵੋਟਾਂ ਦਾ ਸ਼ੋਅ ਕਰਨ ਵਾਸਤੇ ਉਹ ਐਨਐਸਏ ਲਗਾਈ ਗਈ। ਉਹ ਐਨਐਸਏ ਦੇ ਖਿਲਾਫ ਸਿੰਘ ਸਾਹਿਬ ਜੀ ਵੱਲੋਂ ਉਹ ਸੈਕਸ਼ਨ ਦੇ ਖਿਲਾਫ ਜਿਹੜਾ ਲੈਣਾ, ਇੱਕ ਨੋਟਿਸ ਲੈਣਾ, ਉਹ ਤੋਂ ਜਥੇਬੰਦੀਆਂ ਦੀ ਮੀਟਿੰਗ ਕਾਲ ਕਰਨੀ, ਉਹਦੇ ਤੋਂ ਬਾਅਦ ਜ਼ਿੰਮੇਵਾਰੀ ਲਾਉਣੀ। ਉਹ ਐਨਐਸਏ ਦੀ ਪੈਰਵਾਈ ਉਸ ਐਂਗਲ ਤੋਂ ਕੀਤੀ ਗਈ ਹੈ ਕਿ ਪੰਜਾਬ ਦੇ ਮਾਹੌਲ ਨੂੰ ਅਜਿਹਾ ਖਰਾਬ ਮਾਹੌਲ ਵਿਖਾਲ ਕੇ ਇਹਨਾਂ ਨੌਜਵਾਨਾਂ ਨੂੰ ਜਿਹੜਾ ਬਾਹਰ ਭੇਜ ਦਿੱਤਾ,
ਉਹਦੇ ਵਾਸਤੇ ਉਹਨਾਂ ਦੀ ਪੈਰਵਾਈ ਕੀਤੀ ਜਾ ਰਹੀ ਹੈ, ਨਾ ਕਿ ਉਹ ਜੇ ਦੋਸ਼ੀ ਹੋਣ। ਮਤਲਬ ਤੁਹਾਨੂੰ ਐਨਐਸਏ ਦੇ ਨਜ਼ਰੀਏ ਕਿਸੇ ਤਰ੍ਹਾਂ ਦੇ ਜਿਸ ਤਰ੍ਹਾਂ ਦੇ ਬਾਹਰਲੇ ਸੂਬਿਆਂ ਹੈਗੇ ਵੀ ਨੇ, ਨਜ਼ਰ ਵੀ ਆ ਰਹੇ ਹੈ ਹੀ ਅਲੱਗ ਨੇ ਜੀ। ਇਹ ਜਿਹੜਾ ਇੱਕ ਮਿਥਕੇ ਕੀਤਾ ਜਾ ਰਿਹਾ, ਵੇਖੋ ਇਹਦੇ ਸਿੱਧਾ ਟਾਰਗੇਟ, ਮੰਨ ਲਓ ਪਹਿਲਾਂ ਧਮਾਕਾ ਹੁੰਦਾ ਜੀ ਪਾਰਕਿੰਗ 'ਚ, ਉਦੋਂ ਨੈਕਸਟ ਅਗਲੇ ਬੰਨੇ ਹੁੰਦਾ ਜੀ ਜਾ ਕੇ, ਫਿਰ ਐਨਐਸ ਆਪਣਾ ਜਾ ਕੇ ਸਰਾਂ 'ਚ ਹੋ ਜਾਂਦਾ, ਫਿਰ ਸਰਾਂ 'ਚ ਹੋਏ ਧਮਾਕੇ ਤੋਂ ਬਾਅਦ ਜਿਹੜਾ ਨਾ ਇਹ ਇੱਕ ਜਿਵੇਂ ਕਹਿੰਦੇ ਆ ਨਾ ਲੀਡ ਦਿੱਤੀ ਜਾ ਰਹੀ ਹਰਮੰਦਰ ਸਾਹਿਬ ਵੱਲ ਨੂੰ ਜੀ। ਉਹਦੇ ਤੋਂ ਬਾਅਦ ਵੀ ਉਹ ਮੁਲਜ਼ਮ ਕਾਬੂ ਨਾ ਆਉਂਦੇ ਤੇ ਐਸਜੀਪੀਸੀ ਨੂੰ ਇੱਕ ਨਿਸ਼ਾਨਾ ਬਣਾਇਆ ਜਾਣਾ ਸੀ। ਐਸਜੀਪੀਸੀ ਨੂੰ ਤਾਂ ਵੈਸੇ ਨਿਸ਼ਾਨੇ ਤੇ ਰੱਖਦੇ ਜੀ, ਕਿਤੇ ਕੋਈ ਮੰਨ ਲਓ ਸਮਾਂ ਜ਼ਿਆਦਾ ਲੱਗ ਗਿਆ, ਕਿਤੇ ਕੋਈ ਯਾਤਰੂ ਥੋੜਾ ਉਸ ਗੱਲ ਤੋਂ ਖਿੱਚ ਗਏ, ਜੇ ਕੋਈ ਇਹਨਾਂ ਵੱਲੋਂ ਹੀ ਜੇ ਕੋਈ ਆ ਜਾਂਦੇ ਨੇ, ਕਿਸੇ ਵੇਲੇ ਕਿਸੇ ਨੂੰ ਕੋਈ ਅੱਗੇ ਲਾ ਦਿੱਤਾ ਗਿਆ ਜੀ, ਕਿਸੇ ਬਿਰਧ ਨੂੰ, ਕਿਸੇ ਔਰਤ ਨੂੰ, ਕਿਸੇ ਬੱਚੇ ਨੂੰ ਜਿਹੜੇ ਉਹ ਨਹੀਂ ਕੈਪੇਬਲ ਜਾਂ ਕੋਈ ਜਿਹਨੇ ਛੇਤੀ ਜਾਣਾ ਉਹਨੂੰ ਲਾਈਨ 'ਚ ਲਾ ਦਿੱਤਾ ਗਿਆ, ਤੇ ਉਹਦੇ ਤੋਂ ਬਾਅਦ ਇੱਕ ਪ੍ਰੋਵੋਕੇਸ਼ਨ ਹੋ ਗਈ। ਉਸ ਪ੍ਰੋਵੋਕੇਸ਼ਨ ਨੂੰ ਇੰਨਾ ਹਾਈਲਾਈਟ ਕੀਤਾ ਜਾਂਦਾ, ਐਸਜੀਪੀਸੀ ਨੂੰ ਹਮੇਸ਼ਾ ਨਿਸ਼ਾਨੇ ਤੇ ਲਿਆਂਦਾ ਜਾਂਦਾ। ਉਹ ਜਿਹੜੀ ਕਿਉਂਕਿ ਤੁਹਾਡਾ ਪੁਆਇੰਟ ਆ ਗਿਆ ਸਰ, ਮੈਂ ਕੰਕਲੂਡ ਕਰਨਾ ਇਸ ਕਰਕੇ ਮਾਫੀ ਚਾਹ ਰਿਹਾ ਕਿ ਵਿਚਾਲੇ ਰੋਕ ਰਹੇ ਹਾਂ। ਠੀਕ ਹੈ, ਤੁਹਾਡਾ ਉਹ ਪੁਆਇੰਟ ਵੀ ਹੈ, ਪਰ ਡੀਜੀਪੀ ਨੇ ਜੋ ਅੱਜ ਕਿਹਾ, ਹੋਪਫੁਲੀ ਸਿਆਲਕਾ ਜੀ ਤੁਸੀਂ ਵੀ ਸੁਣਿਆ ਹੋਵੇਗਾ, ਡੀਜੀਪੀ ਇਹ ਜ਼ਿਕਰ ਕਰ ਰਹੇ ਸੀ ਕਿ ਦਰਬਾਰ ਸਾਹਿਬ ਜਾਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕੁਝ ਵੀ ਛੋਟਾ ਵੱਡਾ ਹੋਵੇ ਉਹ ਵੱਡੀ ਖਬਰ ਜ਼ਰੂਰ ਬਣਦੀ ਹੈ। ਤਾਂ ਬਹੁਤ ਵੱਡੀ ਗੱਲ ਹੋਗੀ ਕਿ ਉੱਥੇ ਇੱਕ ਲੋ ਇੰਟੈਂਸਿਟੀ ਸੀ ਬੇਸ਼ੱਕ, ਪਰ ਉੱਥੇ ਬਲਾਸਟ ਹੋਇਆ। ਮੇਰੇ ਕੋਲ ਸਮਾਂ ਬਹੁਤ ਪੂਰਾ ਹੈ, ਖੜਿਆਲ ਸਾਹਿਬ 30 ਸੈਕਿੰਡ ਦੇ ਪਾਉਂਗਾ ਜੀ। ਬਿਲਕੁਲ, ਪਹਿਲਾ ਤਾਂ ਜੀ ਇਹ ਹੈ ਆਮ ਆਦਮੀ ਇੱਕੋ ਪਾਰਟੀ ਦੀ ਸੈਕਿੰਡ ਮੈਂ ਗੱਲ ਕਰਨ ਲੱਗਾ ਜੀ, ਉਹ ਮੇਰੀ ਗੱਲ ਸੁਣ ਲਓ। ਆਮ ਆਦਮੀ ਪਾਰਟੀ ਇਹ ਤਾਂ ਕਹਿ ਦਿੰਦੀ ਹੈ ਕਿ ਅਸੀਂ ਕਾਈਂਡਲੀ ਆਮ ਆਦਮੀ ਪਾਰਟੀ ਇਹ ਤਾਂ ਕਹਿ ਦਿੰਦੀ ਹੈ ਵੀ ਅਸੀਂ ਟਾਈਮ ਬਾਉਂਡ ਕਰਾਂਗੇ, ਹਵਾਈ ਗੱਲ ਕਰ ਦਿੰਦੀ ਹੈ, ਨਾ ਦੱਸ ਕੇ ਵੀ ਟਾਈਮ ਕਿੰਨੇ ਦੇ ਵਿੱਚ ਕੰਕਲੂਡ ਕਰਾਂਗੇ। ਇਹ ਆਮ ਆਦਮੀ ਪਾਰਟੀ ਦਿੱਕਤ ਹੈ। ਦੂਜੀ ਗੱਲ 30 ਸੈਕਿੰਡ ਲਊਂਗਾ। आम आदमी पार्टी कहती ਹੁੰਦੀ ਸੀ ਨਾ ਨੀਅਤ की कमी है, अगर नीयत है तो सब कुछ संभव है। ਇਹ ਤਾਂ ਹੁਣ ਵੀ ਕਹਿ ਰਹੇ ਕਹਿੰਦੇ ਐਸਆਈਟੀ ਦਾ ਤੁਸੀਂ ਸਵਾਲ ਚੁੱਕ ਰਹੇ ਹੋ, ਨੀਤਾਂ ਨੂੰ ਮੁਰਾਦਾਂ ਨੇ ਕਹਿੰਦੇ ਹੁੰਦੇ ਸੀਗੇ ਸਿੱਟਾਂ ਬੇਸਿੱਟਾ ਹੈ, ਤੇ ਹੁਣ ਜੇ ਅਸੀਂ ਕਹਿ ਰਹੇ ਐਨਆਈਏ ਦੀ ਇਨਵੈਸਟੀਗੇਸ਼ਨ ਕਰਵਾਓ ਤੇ ਆਮ ਆਦਮੀ ਪਾर्टी कराना नहीं चाह रही, टाइम बाउंड करना नहीं चाह रही, आम आदमी पार्टी जवाब नहीं देना चाह रही। लास्ट चीज आम आदमी पार्टी की नहीं चाहती भी जो मास्टरमाइंड है ਇਹਦੇ ਪਿੱਛੇ ਉਹ ਜਲਦੀ ਫੜਿਆ ਜਾਵੇ, ਤੇ ਜੇ ਫੜਿਆ ਜਾਵੇ ਤਾਂ ਤੁਸੀਂ ਕਰੋ ਇਹਨੂੰ ਟਾਈਮ ਬਾਉਂਡ ਵਿਦਨ 10 ਦਿਨ, ਮੈਂ ਕਹਿੰਦਾ 20 ਦਿਨ ਲੈ ਲਓ, 30 ਦਿਨ ਲੈ ਲਓ। ਤੇ ਗੌਰਵ ਜਿਹੜੀ ਤੁਸੀਂ ਗੱਲ ਕਹੀ ਕਿ ਬੜੀ ਦਫਾ ਤੁਸੀਂ ਦੇਖਿਆ 2 ਮਹੀਨੇ ਦਾ ਟਾਈਮ ਲੈ ਕੇ ਤੇ ਫਿਰ ਐਕਸਟੈਂਸ਼ਨ ਮੰਗ ਲੈਂਦੇ 15 ਦਿਨ ਦੀ, 20 ਦਿਨ ਦੀ। ਮੈਂ ਕਹਿੰਦਾ ਚਾਹੇ ਮੰਗ ਲੈਣ ਐਕਸਟੈਂਸ਼ਨ, ਵੀ ਵਿਲ ਨਾਟ ਸੇ ਐਨੀਥਿੰਗ ਟੂ ਇਟ, ਐਟਲੀਸਟ का टाइम वो कटुआ था सी ना, ड्यूरेशन तो कटूगी ना, नीयत का पता लगू आम आदमी पार्टी की नीयत ही नहीं दिख रही। सो इंटेल फेलियर बहुत बड़ा, बैक टू बैक जेडे सील ब्लास्ट होए ठीक है। चन्नी जी फाइनल स्टेटमेंट चाहिए सर ਤੁਹਾਡੀ, ਆਪਾਂ ਕੰਕਲੂਡ ਕਰਨਾ ਹੈ। ਬਿਲਕੁਲ ਗੌਰਵ ਜੀ, ਗੱਲ ਇਹ ਹੈ ਵੀ ਇਹ ਹਰ ਵੇਰ ਕਹਿੰਦੇ ਅਸੀਂ ਮੁਰਾਦ ਦੀ ਗੱਲ ਕਰਦੇ, ਪਰ ਮੁਰਾਦ ਇਹ ਤਾਂ ਦੱਸ ਦੇਣ ਕਿ ਪਿਛਲੇ 14 ਮਹੀਨਿਆਂ ਦੇ ਵਿੱਚ ਲਾ ਐਂਡ ਆਰਡਰ ਫਰੰਟ ਤੇ ਕਿਹੜੀ ਮੁਰਾਦ ਪੂਰੀ ਹੋਈ, ਇੱਕ ਵੀ ਦੱਸ ਦੇ, ਤੇ ਫਿਰ ਅਸੀਂ ਮੰਨ ਜਾਗੇ ਵੀ ਅਗਲੀਆਂ ਵੀ ਪੂਰੀਆਂ ਹੋ ਜਾਣਗੀਆਂ। ਮਤਲਬ ਬਹਾਨੇਬਾਜ਼ੀ ਨਾ ਕਰਨ, ਜੇ ਇਹਨਾਂ ਦੀ ਵਿਲ ਹੈਗੀ ਹੈ, ਦੇਖੋ ਪੋਲੀਟੀਕਲ ਵਿਲ ਤੋਂ ਬਿਨਾਂ ਬੜੀਆਂ ਚੀਜ਼ਾਂ ਨਹੀਂ ਹੁੰਦੀਆਂ, ਔਰ ਬੜੇ ਸਖਤ ਫੈਸਲੇ ਕਰਨੇ ਪੈਂਦੇ ਸਰਕਾਰਾਂ ਨੂੰ, ਤੇ ਜੇ ਉਹ ਸਖਤ ਫੈਸਲੇ ਨਹੀਂ ਕਰਨਗੇ ਤੇ ਲੋਕਾਂ ਨੇ, ਜੇ ਇਦਾਂ ਦੀ ਇਹ ਗੱਲ ਚੱਲੀ ਜਾਏਗੀ ਤੇ ਲੋਕ ਕਿੱਦਾਂ ਵਿਸ਼ਵਾਸ ਕਰਨਗੇ। ਇਹਦੇ ਨਾਲ ਇੱਕ ਬਲਾਸਟ ਅੰਮ੍ਰਿਤਸਰ ਨਹੀਂ ਹੋਇਆ, ਸਾਰਾ ਪੰਜਾਬ ਹਿੱਲਿਆ, ਸਾਰਾ ਮਤਲਬ ਹਰ ਬੰਦੇ ਦੇ ਮਨ ਦੇ ਵਿੱਚ ਇੱਕ ਭੈ ਆ ਕਿਤੇ ਕੁਝ ਵੀ ਹੋ ਸਕਦਾ। ਸੋ ਇਹਨਾਂ ਨੂੰ ਇਹ ਚਾਹੀਦਾ ਹੈ ਕਿ ਇਹ ਹਾਲਾਤ ਨਾ ਬਣ ਦੇਣ, ਨਾ ਸਿੱਟਾਂ ਬਣਾਉਣ ਦੀ ਲੋੜ ਪਵੇ, ਨਾ ਇਹਦੇ ਤੇ ਸਾਨੂੰ ਕੋਈ ਬਹਿਸ ਕਰਨ ਦੀ ਲੋੜ ਪਵੇ, ਔਰ ਲੋਕ ਖੁਸ਼ਹਾਲ ਤੌਰ ਦੇ ਰੂਪ ਦੇ ਵਿੱਚ ਆਪਣਾ ਜਿਹੜਾ ਜੀਵਨ ਹੈ ਜਾਂ ਵਪਾਰ ਹੈ ਉਹ ਸਾਰਾ ਕੁਝ ਬੇਸ਼ੱਕ ਛੋਟਾ ਹੋਵੇ ਧਮਾਕਾ, ਪਰ ਗੱਲ ਤਾਂ ਬਹੁਤ ਵੱਡੀ ਹੈ ਕਿ ਦਰਬਾਰ ਸਾਹਿਬ ਦੇ ਨੇੜੇ ਇਸ ਤਰੀਕੇ ਨਾਲ ਘਟਨਾਕ੍ਰਮ ਵਾਪਰਿਆ। ਗਰੇਵਾਲ ਸਾਹਿਬ ਤੁਸੀਂ ਰਿਐਕਟ ਕਰਿਓ, ਮੇਰੇ ਕੋਲ ਇਨਫੈਕਟ ਸਮਾਂ ਦਾ ਖਤਮ ਹੋ ਚੱਲਿਆ, ਪਰ ਸਿਆਲਕਾ ਜੀ ਕੁਝ ਕਹਿਣਾ ਚਾਹ ਰਹੇ ਸੀ, ਆਪਾਂ ਉਹਨਾਂ ਨੂੰ ਜ਼ਰੂਰ, ਸੀਨੀਅਰ ਸਾਡੇ ਨਾਲ ਜੁੜੇ ਹੋਏ ਨੇ। ਸਿਆਲਕਾ ਜੀ ਬਹੁਤ ਘੱਟ ਟਾਈਮ ਦੇ ਪਾਉਂਗਾ, ਤੁਸੀਂ ਆਪਣੀ ਗੱਲ ਕੰਪਲੀਟ ਕਰ ਲਓ। ਦੇਖੋ ਪਿਛਲੀ ਵਾਰ ਜਦੋਂ ਹਰਮੰਦਰ ਸਾਹਿਬ 'ਚ ਘਟਨਾ ਵਾਪਰੀ ਨਾ ਜੀ, ਉਹਦੇ ਤੋਂ ਬਾਅਦ ਅਸੀਂ ਇਮੀਡੀਏਟ ਇੱਕ ਜਿਹੜੀਆਂ ਸਕੈਨਿੰਗ ਮਸ਼ੀਨਾਂ ਵਾਸਤੇ ਜਿਹੜਾ ਨਾ ਜੀ, ਉਹ ਅਸੀਂ ਉਦੋਂ ਹੀ ਉਹਦੀ ਕਾਰਵਾਈ ਸ਼ੁਰੂ ਕਰ ਦਿੱਤੀ। ਪਰ ਉਹਦੇ ਵਾਸਤੇ ਨਾ ਇਹ ਸਾਡੇ ਪ੍ਰੈਰੋਗੇਟਿਵ ਦੇ ਵਿੱਚ ਨਹੀਂ ਹੈਗਾ, ਇਹਦੇ ਵਾਸਤੇ ਜਿਹੜੀ ਆ ਉਹ ਸੈਂਟਰ ਨੇ, ਗਵਰਨਮੈਂਟ ਨੇ ਜਿਹੜੀ ਆ ਉਹਦੀ ਕਰਨੀ ਹੁੰਦੀ ਪਰਮਿਸ਼ਨ, ਉਹ ਪਰਮਿਸ਼ਨ ਜਿਹੜੀ ਆ ਉਹ ਅਜੇ ਤੱਕ ਸਾਨੂੰ ਜਿਹੜੀ ਉਹ ਮਿਲੀ ਨਹੀਂ, ਅਸੀਂ ਉਹਦੇ ਲਈ ਅਪਲਾਈ ਕਰ ਚੁੱਕੇ ਹਾਂ। ਤੁਸੀਂ ਮੈਟਲ ਡਿਟੈਕਟਰ ਦਾ ਜ਼ਿਕਰ ਕਰ ਰਹੇ ਹੋ ਜਿਹਦੇ ਵਿਚਾਲੇ ਤੋਂ ਲੋਕ ਲੰਘਦੇ ਆ। ਮੈਟਲ ਡਿਟੈਕਟਰ ਸਿੰਪਲ ਮੈਟਲ ਡਿਟੈਕਟਰ ਨਹੀਂ, ਸਕੈਨਿੰਗ ਮਸ਼ੀਨਾਂ ਜਿਵੇਂ 에어ਪੋਰਟ ਦੇ ਉੱਤੇ ਨੇ ਨਾ, ਠੀਕ ਹੈ, ਸਕੈਨਿੰਗ ਕੋਈ ਜਿਵੇਂ ਤੁਸੀਂ ਮੈਟਲ ਡਿਟੈਕਟਰ ਦੇ ਵਿੱਚੋਂ ਦੀ ਲੰਘਦੇ, ਕੋਈ ਸਮਾਨ ਵੀ ਕਿਸੇ ਕੋਲ ਹੈਗਾ ਤੇ ਉਹ ਵੀ ਪਤਾ ਲੱਗੇ ਜੀ। ਬਿਲਕੁਲ ਸਮਝ ਗਿਆ ਸਰ, ਬਿਲਕੁਲ। ਇੰਨਾ ਸਮਾਨ ਤੇ ਇਸ ਤਰ੍ਹਾਂ ਚੈੱਕ ਨਹੀਂ ਨਾ ਕੀਤਾ ਜਾ ਸਕਦਾ ਖਲੋ ਕੇ। ਉਹਦੇ ਵਾਸਤੇ ਵੀ ਅਸੀਂ ਜਿਹੜਾ ਜੀ ਉਹ ਯਤਨ ਕਰ ਰਹੇ ਹਾਂ।
ਬਾਕੀ ਠੀਕ ਹੈ ਸਰ, ਤੁਹਾਡੀ ਗੱਲ ਆ ਗਈ। ਮੈਂ ਮਾਫੀ ਚਾਹੂੰਗਾ ਵਿਚਾਲੇ ਰੋਕਣ ਮੇਰੇ ਕੋਲ ਸਮਾਂ ਘੱਟ ਪਹੁੰਚ ਲਿਆ, ਆਪਾਂ ਜਵਾਬ ਲੈ ਲਈਏ। ਗਰੇਵਾਲ ਸਾਹਿਬ ਬਹੁਤ ਛੋਟੀ ਸਟੇਟਮੈਂਟ ਰੱਖਿਓ। ਦੋਵੇਂ ਜਿਹੜਾ ਅਹਿਮ ਸਵਾਲ ਹੈ ਉਸ ਦਾ ਵੀ ਜਵਾਬ ਦੇ ਦਿਓ ਕਿ ਜਿਹੜੇ ਸਕੈਨਰਸ ਨੇ ਉਹ ਸਰਕਾਰ ਦੀ ਉੱਥੇ ਮਨਜ਼ੂਰੀ ਜਾਂ ਕਹੀਏ ਕਿ ਸਰਕਾਰ ਵਾਲੇ ਪੱਖ ਤੋਂ ਕਿਤੇ ਨਾ ਕਿਤੇ ਕੋਈ ਢਿੱਲ ਹੈ। ਸਭ ਦੇ ਜਵਾਬ, ਪਹਿਲੀ ਗੱਲ ਮੁਰਾਦਪੁਰੀ ਇਹ ਹੋਈ, ਬੇਅਦਬੀ ਨਹੀਂ ਹੋਣ ਦਿੱਤੀ, ਲੋਕਾਂ ਦੇ ਪੁੱਤ ਨਹੀਂ ਮਰਨ ਦਿੱਤੇ, ਮਿੱਠੇ ਤਰੀਕੇ ਨਾਲ ਮਹਾਰਾਜ ਦੀ ਬੇਅਦਬੀ ਕਰਾਉਣ ਦਾ ਮਨਸ਼ਾ ਸੀ, ਨਹੀਂ ਹੋਣ ਦਿੱਤੀ ਪੰਜਾਬ ਦੇ ਪੁੱਤਾਂ ਨੇ। ਮੁਰਾਦ ਇਹ ਹੈ ਇੱਕ ਨਹੀਂ ਵੱਡੀ ਪੂਰੀ ਨਹੀਂ ਹੋਣ ਦਿੱਤੀ ਸਰ। ਪਹਿਲੀ ਗੱਲ ਟਾਈਮ ਬਾਉਂਡ ਤਰੀਕੇ ਨਾਲ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਸਿੱਖ ਤੋਸ਼ਾਖਾਨਾ 84 ਚ ਕਿਹਨੇ ਲੁੱਟਿਆ ਅੱਜ ਤੱਕ ਕਿਸੇ ਨੂੰ ਪਤਾ ਨਹੀਂ। ਮੈਂ ਕਹਿੰਦਾ ਤੁਸੀਂ ਗੱਲਾਂ ਦੇ ਜਵਾਬ ਤਾਂ ਦੇ ਦਿਓ, ਵਾਟ ਅਬਾਊਟਰੀ ਕਰਨ ਲੱਗ ਜਾਂਦੇ ਹੋ। ਜਵਾਬ ਦੇ ਦਿਓ। ਮੇਰੇ ਗੁਰੂਆਂ ਨੇ ਮੇਰੇ ਗੁਰੂ ਸਾਹਿਬ ਨੇ ਜਦੋਂ ਦਰਬਾਰ ਸਾਹਿਬ ਬਣਾਇਆ ਸੀ 4 ਦਰਵਾਜ਼ੇ ਖੁੱਲੇ ਰੱਖੇ ਸੀ, ਰੱਬ ਦਾ ਵਾਸਤਾ ਦਰਵਾਜ਼ੇ ਨਾ ਬੰਦ ਕਰੋ। ਇਹਨਾਂ ਨੇ ਟੈਂਕ ਵਾੜੇ ਸੀ, ਕੋਈ ਗੱਲ ਨਹੀਂ। ਆਮ ਆਦਮੀ ਪਾਰਟੀ ਕੁਛ ਨਾ ਕਰਕੇ ਆਪਦੇ ਆਪ ਨੂੰ ਐਕਸਪੋਜ਼ ਕਰ ਰਹੀ ਹੈ। ਗੱਲਾਂ ਦੇ ਜਵਾਬ ਤੁਹਾਡੇ ਕੋਲ ਹੈ ਨਹੀਂ, ਤਾਂ ਕਰਕੇ ਆਈ ਵਾਰੀ ਦੂਜਿਆਂ ਦੇ ਸਵਾਲ ਖੜੇ ਕਰਨ ਲੱਗ ਜਾਂਦੇ ਹੋ। ਸਰਕਾਰ ਤੁਹਾਡੀ ਹੈ, ਲੋਕਤੰਤਰ ਹੈ, ਡੰਡਾ ਤੰਤਰ ਨਹੀਂ ਹੈ। ਆਪੋਜੀਸ਼ਨ ਨੂੰ ਨਹੀਂ ਸਵਾਲ ਹੁੰਦੇ, ਸਰਕਾਰ ਨੂੰ ਹੁੰਦੇ ਹੈ। ਜੇ ਨਹੀਂ ਹੁੰਦੇ ਜਵਾਬ ਤਾਂ ਕਹਿ ਦਿਆ ਕਰੋ ਵੀ ਹੈ ਨਹੀਂ। ਮੋਸਟ ਇੰਪੋਰਟੈਂਟਲੀ 1 ਸਾਲ ਦੇ ਵਿੱਚ ਇਸ ਕਾਨੂੰਨੀ ਰਾਜਨੀਤੀ ਦਾ ਅੰਤ ਹੋਊਗਾ ਤੇ 14 ਸਾਲ ਦਾ ਬਨਵਾਸ ਤਾਂ ਭਗਵਾਨ ਰਾਮ ਨੇ ਵੀ ਕੱਟ ਲਿਆ ਸੀ ਐਸਜੀਪੀਸੀ ਇਲੈਕਸ਼ਨਾਂ ਤੱਕ। ਆ ਲੋਕ ਚਲੋ ਆਪਾਂ ਕੰਕਲੂਡ ਕਰੀਏ। ਵਾਹ ਚਲੋ ਕੰਕਲੂਡ ਕਰੀਏ। ਤਾਂ ਤੁਸੀਂ ਮੋਟਾ 1 ਸਾਲ ਦਾ ਜ਼ਿਕਰ ਕਰ ਰਹੇ ਹੋ ਕਿ ਜਲਦੀ ਸਾਰੀਆਂ ਚੀਜ਼ਾਂ ਐਕਸਪੋਜ਼ ਹੋ ਜਾਣਗੀਆਂ। ਚਲੋ ਸ਼ੁਕਰੀਆ ਸਾਰੇ ਮਹਿਮਾਨਾਂ ਦਾ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਮੁੱਦਾ ਬਹੁਤ ਗੰਭੀਰ ਹੈ। ਜਦੋਂ ਦਰਬਾਰ ਸਾਹਿਬ ਦਾ ਜ਼ਿਕਰ ਹੋਵੇ ਤੇ ਉਸ ਦੇ ਨੇੜੇ ਕੋਈ ਇਸ ਤਰੀਕੇ ਦੀ ਘਟਨਾ ਵਾਪਰੀ ਹੋਵੇ, ਇਸ ਕਰਕੇ ਜ਼ਰੂਰੀ ਸੀ ਕਿ ਇਸ ਮੁੱਦੇ ਉੱਤੇ ਗੱਲਬਾਤ ਹੋਵੇ। ਹੁਣ ਇਹ ਵੀ ਉਮੀਦ ਕਰਦੇ ਹਾਂ ਇਸ ਚਰਚਾ ਤੋਂ ਬਾਅਦ ਕਿ ਇਹ ਪੂਰਾ ਜਿਹੜਾ ਇਨਵੈਸਟੀਗੇਸ਼ਨ ਵਾਲਾ ਪਾਰਟ ਹੈ ਇੱਕ ਟਾਈਮ ਬਾਉਂਡ ਤਰੀਕੇ ਨਾਲ ਕੰਪਲੀਟ ਹੋਏਗਾ ਕਿ ਜੇ ਮਈ ਦੇ ਵਿੱਚ 2023 ਮਈ ਦੇ ਵਿੱਚ ਸਟਾਰਟ ਹੋਇਆ ਤਾਂ ਜਲਦੀ ਅਗਲੇ 2 4 6 ਮਹੀਨੇ ਦੇ ਵਿੱਚ ਕਲੀਅਰ ਹੋਵੇ। ਇਹ 5 ਮੁਲਜ਼ਮਾਂ ਤੱਕ ਗੱਲ ਸੀਮਿਤ ਨਾ ਰਹੇ ਜਿਹੜੇ ਮਾਸਟਰਮਾਈਂਡ ਇਸ ਦੇ ਪਿੱਛੇ ਬੈਠੇ ਨੇ, ਜਿਨ੍ਹਾਂ ਨੇ ਪੂਰੇ ਮੋੜੇ ਕਮਾਏ ਤੇ ਬਲਾਸਟ ਕਰਵਾਉਣ ਦੀ ਕੋਸ਼ਿਸ਼ ਕੀਤੀ, ਉਹ ਵੀ ਬੇਨਕਾਬ ਹੋਣ। ਪ੍ਰਾਈਮ ਟਾਈਮ ਚ ਅੱਜ ਦੇ ਲਈ ਨਾ।